ਸੁਨ ਸਤਿਗੁਰ ਆਗਮਨ ਕੋ ਪੁਰਜਨ ਉਰ ਹਰ ਖਾਏ। ਸਤਿਗੁਰਾਂ ਦਾ ਸ੍ਰੀ ਅਨੰਦਪੁਰ ਸਾਹਿਬ ਵਾਪਸ ਆਉਣਾ ਸੁਣ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬੜੇ ਖੁਸ਼ ਹੋਏ ਹਨ। ਨਿਕਸੇ ਆਗੂ ਲੈਨ ਹਿਤ ਸਾਦਰ ਮਿਲੇ ਸੋ ਆਏ। ਮਹਾਰਾਜ ਨੂੰ ਅਗਾਊਂ ਦੀ ਜਾ ਕੇ ਲੈਣ ਵਾਸਤੇ ਸੰਗਤਾਂ ਚੱਲੀਆਂ ਹਨ। ਗੁਰੂ ਘਰ ਦੇ ਮੁਖੀ ਸੇਵਾਦਾਰ ਗੁਰਸਿੱਖ ਚੱਲੇ ਹਨ ਔਰ ਮਹਾਰਾਜ ਦੇ ਲਈ ਫੁੱਲਾਂ ਦੇ ਹਾਰ ਲੈ ਕੇ, ਫੁੱਲਾਂ ਦੀਆਂ ਟੋਕਰੀਆਂ ਲੈ ਕੇ ਵਰਖਾ ਕਰਦੇ ਹੋਏ, ਗੁਰਬਾਣੀ ਦਾ ਸ਼ਬਦ ਕੀਰਤਨ ਕਰਦੇ ਹੋਏ ਗਏ ਹਨ। ਨਿਸ਼ਾਨੀ ਛੰਦ ਲੇਲੇ ਅਨਕ ਅਕੋਰ ਕੋ ਕਰ ਗੁਰਸੋ ਮੇਲਾ। ਮਹਾਰਾਜ ਵਾਸਤੇ ਵਧੀਆ ਵਧੀਆ ਭੇਟਾਵਾਂ ਲੈ ਕੇ ਅੱਗੋਂ ਦੀ ਜਾ ਕੇ ਗੁਰੂ ਸਾਹਿਬ ਨੂੰ ਮਿਲੇ ਹਨ। ਦਰਸ਼ਨ ਕੋ ਆਨੰਦ ਲੈ ਕਰ ਜਨਮ ਸੁਹੇਲਾ। ਮਹਾਰਾਜ ਦੇ ਦਰਸ਼ਨਾਂ ਦਾ ਲਾਹਾ ਪ੍ਰਾਪਤ ਕੀਤਾ ਹੈ। ਦਰਸ਼ਨ ਦੇਖਤ ਦੋਖ ਨਸੇ, ਕਬੂ ਨ ਹੋਵੋ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੇ। ਤੇ ਬੜਾ ਹੀ ਮਨ ਪ੍ਰਸੰਨ ਹੋਇਆ, ਆਪਣਾ ਜਨਮ ਸਫਲਾ ਕੀਤਾ ਹੈ। ਧੁਨ ਧੁੰਦਬ ਰਣਜੀਤ ਕੀ ਸੁਣ ਸੁਣ ਗਨ ਆਵਹਿ। ਰਣਜੀਤ ਨਗਾਰੇ ਦੀ ਆਵਾਜ਼ ਜਿੱਥੋਂ ਜਿੱਥੋਂ ਤੱਕ ਪਹੁੰਚ ਰਹੀ ਹੈ, ਸੁਣ ਸੁਣ ਕੇ ਲੋਕ ਮਹਾਰਾਜ ਦੇ ਦਰਸ਼ਨਾਂ ਲਈ ਆ ਰਹੇ ਨੇ। ਦੌੜ ਦੌੜ ਪੁਰ ਪੌਰ ਤਜ ਦਲ ਯੁੱਤ ਦਰਸਾਵਹਿ। ਦੌੜ ਦੌੜ ਕੇ ਗੁਰੂ ਦੀਆਂ ਫੌਜਾਂ, ਗੁਰੂ ਦੀਆਂ ਸੰਗਤਾਂ, ਗੁਰੂ ਦੇ ਸਿੱਖ ਮਾਈ ਭਾਈ ਦਰਸ਼ਨ ਕਰਦੇ ਨੇ। ਮੰਗਲ ਅਨਕ ਪ੍ਰਕਾਰ ਕੇ ਪੁਰ ਬਿਖੈਰ ਚੰਤੀ। ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਅਨੇਕਾਂ ਪ੍ਰਕਾਰ ਦੇ ਮੰਗਲਾਚਾਰ ਕੀਤੇ ਹਨ। ਪੌਰ ਪੌਰ ਪਰ ਸਸਮੁਖੀ ਥਿਰ ਹੋਏ ਦਰਸੰਤੀ। ਚੰਦਰਮਾ ਵਰਗੇ ਮੁਖੜੇ ਵਾਲੀਆਂ ਬੀਬੀਆਂ ਦਰਵਾਜ਼ਿਆਂ ਤੇ ਖੜ ਕੇ ਫੁੱਲਾਂ ਦੀ ਵਰਖਾ ਕਰਦੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਮੁਖਾਰ ਬਿੰਦ ਦੇ ਦਰਸ਼ਨ ਕਰਦੀਆਂ ਨੇ। ਵਿਸੇ ਪ੍ਰਭੂ ਬਾਜ਼ਾਰ ਮੈਂ ਦੇਖਤ ਨਰ ਨਾਰੀ। ਮਹਾਰਾਜ ਬਾਜ਼ਾਰ ਵਿੱਚ ਆਏ ਹਨ। ਅਨੰਦਪੁਰ ਸਾਹਿਬ ਦੇ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਹੈ। ਇਸਤਰੀ ਪੁਰਸ਼ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਗਨ ਚਕੋਰ ਜਨ ਚੰਦ ਕੋ ਆਗਮਨ ਵਿਚਾਰੀ। ਕਵੀ ਜੀ ਕਹਿੰਦੇ ਜਿਵੇਂ ਚੰਦਰਮਾ ਦਾ ਦਰਸ਼ਨ ਚਕੋਰਾਂ ਕਰਦੀਆਂ ਨੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਪੂਰਨਮਾਸ਼ੀ ਦੀ ਰਾਤ ਹੋਵੇ ਤੇ ਚਕੋਰ ਸਾਰੀ ਰਾਤ ਅਸਮਾਨ ਵਾਲੀ, ਚੰਦਰਮਾ ਵਾਲੀ ਦੇਖਦੇ ਰਹਿੰਦੇ। ਇਸ ਤਰ੍ਹਾਂ ਗੁਰੂ ਦੀਆਂ ਸੰਗਤਾਂ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਵੱਲ ਵੇਖ ਰਹੀਆਂ ਹਨ। ਪੁਸ਼ਪਨ ਕੋ ਬਰਖਾਵਹੀ ਗੂੰਜਤ ਹੈ ਮਾਲਾ। ਫੁੱਲਾਂ ਦੀ ਵਰਖਾ ਕਰਦੀਆਂ ਨੇ। ਫੁੱਲਾਂ ਦੇ ਹਾਰ, ਫੁੱਲਾਂ ਦੀਆਂ ਮਾਲਾ ਪਰੋ ਕੇ ਰੱਖੀਆਂ ਹੋਈਆਂ ਨੇ। ਗ੍ਰਹਿਣ ਕਰਤ ਲਖ ਭਾਵ ਕੋ ਹੋਏ ਹਰਖ ਵਿਸਾਲਾ। ਮਹਾਰਾਜ ਸੰਗਤਾਂ ਦਾ ਪ੍ਰੇਮ ਵੇਖ ਕੇ ਉਹਨਾਂ ਦੀ ਭੇਟਾਵਾ ਅੰਗੀਕਾਰ ਕਰਦੇ ਨੇ ਤੇ ਸੰਗਤਾਂ ਨੂੰ ਬੜੀਆਂ ਖੁਸ਼ੀਆਂ ਵੰਡਦੇ ਨੇ। ਜਖ ਬਿਸਤਰਤ ਸਰੋਜ ਕੋ ਸਭ ਕੀ ਦਿਸ ਦੇਖੈ। ਸਾਧ ਸੰਗਤ ਜੀ, ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ, ਇੰਨੀਆਂ ਸੋਹਣੀਆਂ ਮੋਟੀਆਂ ਮੋਟੀਆਂ ਸੁੰਦਰ ਸਤਿਗੁਰੂ ਜੀ ਦੀਆਂ ਅੱਖਾਂ ਹਨ, ਜਿਨ੍ਹਾਂ ਵਿੱਚ ਕਰੁਣਾ ਵੀ ਹੈ, ਰਸ ਵੀ ਹੈ, ਪਿਆਰ ਵੀ ਹੈ। ਸਤਿਗੁਰੂ ਆਪਣੇ ਸੇਵਕਾਂ ਵੱਲ, ਆਪਣੀਆਂ ਸੰਗਤਾਂ ਵੱਲ ਉਹ ਨੇਤਰ ਫੇਰਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ। ਕਿਰਪਾ ਦ੍ਰਿਸ਼ਟੀ ਨਾਲ ਜਦੋਂ ਵੇਖਿਆ, ਦਾਸ ਕਾ ਦੁੱਖ ਬਿਦਾਰਿਓ। ਸੇਵਕਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ। ਕੁਸਲ ਪ੍ਰਸੰਨ ਸਭ ਕੋ ਕਰਹਿ ਦੇ ਮੋਦ ਬਿਸਿਖੈ। ਮਹਾਰਾਜ ਸਭ ਦਾ ਹਾਲ ਚਾਲ ਪੁੱਛਦੇ ਨੇ, ਸਾਰਿਆਂ ਨੂੰ ਪ੍ਰਸੰਨ ਕਰਦੇ ਨੇ, ਸਾਰਿਆਂ ਨੂੰ ਵਿਸ਼ੇਸ਼ ਖੁਸ਼ੀਆਂ ਦਿੰਦੇ ਨੇ। ਭਟ ਨਕੀਬ ਪੁਕਾਰਤੇ ਸਭ ਅਗਰ ਚਲੰਤੇ। ਭਟ ਨਕੀਬ ਗੁਰੂ ਸਾਹਿਬ ਜੀ ਦਾ ਜਸ ਕਰਨ ਵਾਲੇ ਅੱਗੇ ਅੱਗੇ ਮਹਾਰਾਜ ਦਾ ਜਸ ਕਰਦੇ ਜਾ ਰਹੇ ਨੇ, ਬਿਰਧ ਗਾ ਰਹੇ ਨੇ, ਸਵਈਏ ਪੜ੍ਹ ਰਹੇ ਨੇ, ਜਿਹਦੇ ਵਿੱਚ ਗੁਰੂ ਘਰ ਦੀ ਉਪਮਾ ਬਿਆਨ ਕੀਤੀ ਜਾ ਰਹੀ ਹੈ। ਸੋ ਜਸ ਬਖਾਨਤ ਪ੍ਰਭੂ ਕੋ ਸਭ ਹੂਨ ਸੁਨੰਤੇ। ਮਹਾਰਾਜ ਦਾ ਜਸ ਬਖਾਨ ਕਰ ਰਹੇ ਨੇ, ਸਾਰਿਆਂ ਨੂੰ ਮਹਾਰਾਜ ਦਾ ਜਸ ਸੁਣਾ ਰਹੇ ਨੇ। ਜਿਵੇਂ ਅੱਜ ਵੀ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਹੈ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਉਂਦਾ ਤਾਂ ਭੱਟ ਸਵਈਏ ਪੜ੍ਹਦੇ ਹਨ। ਇਹ ਪੁਰਾਤਨ ਰਾਜਿਆਂ ਮਹਾਰਾਜਿਆਂ ਦੇ ਦਰਬਾਰ 'ਚ ਇੱਦਾਂ ਹੁੰਦਾ ਆਇਆ ਹੈ। ਭੱਟ ਲੋਕ ਆਪਣੇ ਮਾਲਕ ਦੀ ਉਸਤਤ ਵਿੱਚ ਬੜੇ ਬੜੇ ਸੋਹਣੇ ਛੰਦ ਰਚਿਆ ਕਰਦੇ ਸਨ, ਉਹਨਾਂ ਦੀ ਬੰਸਾਵਲੀ ਗਾਇਆ ਕਰਦੇ ਸਨ
ਤੇ ਉਹਨਾਂ ਦਾ ਜਸ ਬਿਆਨ ਕਰਿਆ ਕਰਦੇ ਸਨ। ਪਰਵਸੇ ਸਤਿਗੁਰੂ ਦੁਰਗ ਮੈਂ ਜੋ ਬਣਿਓ ਨਵੀਨਾ। ਮਹਾਰਾਜ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿਹੜਾ ਬੜਾ ਸੁੰਦਰ ਆਨੰਦਗੜ੍ਹ ਕਿਲ੍ਹਾ ਬਣਿਆ ਹੈ। ਮਹਾਰਾਜ ਉਸ ਕਿਲ੍ਹੇ 'ਚ ਪ੍ਰਵੇਸ਼ ਕੀਤਾ ਹੈ। ਭਾਂਤ ਭਾਂਤ ਕੇ ਗ੍ਰਹਿ ਰਚੇ ਸੁਖ ਦਾ ਦੁੱਤ ਭੀਨਾ। ਬੜੇ ਸੋਹਣੇ ਸੁੰਦਰ ਵਧੀਆ ਵਧੀਆ ਭਾਂਤ ਭਾਂਤ ਦੇ ਵੰਨ ਸੁਵੰਨੇ ਕਮਰੇ ਮਕਾਨ ਬਣੇ ਹਨ, ਜਿਨ੍ਹਾਂ ਮਕਾਨਾਂ ਵਿੱਚ ਮਹਾਰਾਜ ਦੀ ਰਿਹਾਇਸ਼ ਹੈ। ਬਹੁਤ ਸੁੰਦਰ ਆਲੀਸ਼ਾਨ ਮਹਿਲਾਂ ਵਿੱਚ ਪ੍ਰਵੇਸ਼ ਕੀਤਾ ਹੈ। ਤੁਰ ਤੁਰੰਗਮ ਤੇ ਗਏ ਸੁੰਦਰ ਘਰ ਮਾਹੀ। ਘੋੜੇ ਤੋਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਘਰ ਵਿੱਚ ਪ੍ਰਵੇਸ਼ ਕੀਤਾ ਹੈ। ਪੀਠ ਪਲੰਗ ਕੀ ਪਰਥਰੇ ਧਰ ਆਯੁਧ ਪਾਹੀ। ਮਹਾਰਾਜ ਪਲੰਗ ਦੇ ਉੱਤੇ ਵੱਡਾ ਸਾਰਾ ਸ਼ਾਹੀ ਪਲੰਗ ਸੀ, ਜਿੱਤੇ ਬਿਰਾਜਿਆ ਕਰਦੇ ਸਨ। ਆਰਾਮ ਕਰਨ ਦੇ ਲਈ ਸਤਿਗੁਰੂ ਜਾ ਕੇ ਪਲੰਗ ਦੀ ਪਿੱਠ ਤੇ ਬੈਠੇ ਹਨ। ਆਪਣੇ ਗਾਤਰੇ ਦੇ ਸ਼ਸਤਰ ਉਤਾਰ ਕੇ ਸਰਾਣੇ ਵੱਲ ਰੱਖੇ ਹਨ। ਆਨੰਦ ਚੰਦ ਪ੍ਰੋਹਤ ਦੁਤੀ ਅਰ ਤੀਨੋਂ ਭਰਾਤਾ। ਮਹਾਰਾਜ ਦੇ ਕੋਲ ਇਸ ਵੇਲੇ ਕੌਣ ਕੌਣ ਹਨ? ਇੱਕ ਤਾਂ ਦੀਵਾਨ ਆਨੰਦ ਚੰਦ ਜੀ, ਜੋ ਭਾਈ ਉਮਰ ਸ਼ਾਹ ਦਾ ਪੋਤਾ ਸੀ। ਉਮਰ ਸ਼ਾਹ ਬੜੇ ਉੱਚੇ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਮਹਾਂਪੁਰਸ਼ ਹੋਏ ਹਨ, ਡਰੌਲੀ ਦੇ ਰਹਿਣ ਵਾਲੇ, ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਦੀ ਸੇਵਾ ਕੀਤੀ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦਾ ਪੋਤਰਾ ਗੁਰੂ ਘਰ ਦਾ ਮੁਖੀ ਮਸੰਦ ਸੀ ਔਰ ਸੂਰਬੀਰ ਯੋਧਾ ਬਹਾਦਰ ਸੀ। ਬਾਕੀ ਮਸੰਦਾਂ ਵਰਗਾ ਕਾਇਰ ਤੇ ਬੁਝਦਿਲ ਨਹੀਂ ਸੀ, ਇਸ ਕਰਕੇ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਿਆ ਕਰਦੇ ਸਨ। ਤੇ ਪ੍ਰੋਤ ਪੰਡਤ ਦਇਆ ਰਾਮ ਜੀ, ਜੋ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਭਾਈ ਜਾਤੀ ਮਲਕ ਜੀ ਸਨ, ਉਹਨਾਂ ਦੇ ਪੁੱਤਰ ਸਨ ਪੰਡਤ ਗੰਗਾ ਰਾਮ ਜੀ, ਦਇਆ ਰਾਮ ਜੀ। ਦਇਆ ਰਾਮ ਜੀ ਬੜੇ ਵਿਦਵਾਨ, ਸ਼ਾਸਤਰਾਂ ਦੇ ਵੀ ਬੇਤਾ ਸਨ ਤੇ ਸ਼ਸਤਰ ਵਿਦਿਆ ਦੇ ਵੀ ਬੜੇ ਮਾਹਰ ਸਨ। ਗੁਰੂ ਦੀ ਫੌਜ ਦੇ ਜੰਗੀ ਜਰਨੈਲ ਸਨ। ਔਰ ਤਿੰਨ ਭਰਾਤਾ, ਕਿਉਂਕਿ ਪੰਜ ਭਾਈ ਸਨ ਬੀਬੀ ਬੀਰੋ ਦੇ ਪੁੱਤਰ, ਦੋ ਤਾਂ ਭੰਗਾਣੀ ਦੇ ਜੰਗ 'ਚ ਸ਼ਹੀਦੀ ਪਾ ਗਏ, ਭਾਈ ਸੰਗੋ ਸ਼ਾਹ ਤੇ ਭਾਈ ਜੀਤ ਮਲ। ਪਿੱਛੇ ਰਹਿ ਗਏ ਮਾਰੀ ਚੰਦ, ਗੰਗਾ ਰਾਮ ਤੇ ਗੁਲਾਬ ਰਾਏ। ਇਹ ਤਿੰਨੇ ਭਰਾ ਸਤਿਗੁਰਾਂ ਦੇ ਕੋਲ ਖੜੇ ਹਨ। ਆਇਸ ਤੇ ਨਿਜ ਨਿਜ ਸਿਵਰ ਉਤਰੇ ਸੁਖ ਦਾਤਾ। ਜਦੋਂ ਮਹਾਰਾਜ ਆਪਣੇ ਪਲੰਗ ਤੇ ਬੈਠ ਗਏ, ਸਾਰਿਆਂ ਨੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਆਪਣੇ ਡੇਰਿਆਂ 'ਚ ਜਾ ਕੇ ਆਰਾਮ ਕੀਤਾ ਹੈ। ਸਭ ਸੈਨਾ ਕੇ ਸੂਰਮੇ ਆਏ ਸੋ ਲੁੱਟ ਲਿਆਏ। ਆ ਜਿਹੜੀ ਸਾਰੀ ਫੌਜ ਆਈ ਸੀ, ਰਸਤੇ ਵਿੱਚ ਲੁੱਟਮਾਰ ਕਰਕੇ ਆਲਸੂਨ ਤੋਂ ਸਮਾਨ ਲਿਆਂਦਾ ਸੀ ਜਿਹੜਾ ਦੁਸ਼ਟਾਂ ਦਾ। ਵਸਤ ਸੰਭਾਰ ਉਤਾਰ ਕਰ ਨਿਜ ਸਿਵਰ ਸੁਹਾਏ। ਉਹਨਾਂ ਨੇ ਆਪਣੀ ਫੌਜੀ ਟਿਕਾਣਿਆਂ ਤੇ ਛਾਉਣੀ ਦੇ ਵਿੱਚ ਸਾਰੀਆਂ ਵਸਤੂਆਂ ਟਿਕਾਈਆਂ ਹਨ ਤੇ ਆਸਣ ਲਾਏ ਹਨ। ਖਾਨ ਪਾਨ ਕਰ ਜਾਮਨੀ ਹੋਏ ਸੁਪਤ ਬਿਤਾਈ। ਖਾਨ ਪਾਨ ਕਰਕੇ ਸੁੱਖ ਨਾਲ ਲੰਗਰ ਪ੍ਰਸ਼ਾਦ ਛਕ ਕੇ ਰਾਤ ਨੂੰ ਸੁੱਤੇ ਹਨ। ਰਾਤ ਸੁੱਖਾਂ ਨਾਲ ਬਤੀਤ ਕੀਤੀ ਹੈ। ਕਿ ਸਕਲ ਸੁਖ ਪਾਏ ਕਰ ਜੋਧਾ ਸਮੁਦਾਈ। ਗੁਰੂ ਪਾਤਸ਼ਾਹ ਦੀ ਫੌਜ ਦੇ ਸਾਰੇ ਯੋਧੇ ਆਪਣੇ ਆਪਣੇ ਆਸਨਾਂ ਤੇ ਟਿਕੇ ਹਨ, ਆਰਾਮ ਕੀਤਾ ਹੈ। ਹੀ ਪ੍ਰਾਤ ਜਾਗੇ ਪ੍ਰਭੂ ਕਰ ਸੋਚ ਇਸ਼ਨਾਨਾ। ਅੰਮ੍ਰਿਤ ਵੇਲਾ ਹੋਇਆ ਹੈ, ਸਵਾ ਪਹਿਰ ਰਾਤ ਰਹਿੰਦੀ। ਸਤਿਗੁਰੂ ਜੀ ਦਾ ਜਾਗਣ ਦਾ ਨੇਮ ਸੀਗਾ। ਅੰਮ੍ਰਿਤ ਵੇਲੇ ਉੱਠ ਕੇ ਪਾਤਸ਼ਾਹ ਨੇ ਸੋਚ ਇਸ਼ਨਾਨ ਕੀਤਾ ਹੈ। ਚਾਰ ਕਰੀ ਦਿਨ ਚਰੇ ਤੇ ਨਿਜ ਲਾਏ ਦੀਵਾਨਾ। ਤੇ ਪਹਿਲਾਂ ਆਪਣਾ ਨਿਤਨੇਮ ਸਿਮਰਨ ਪੂਰਾ ਧਿਆਨ ਕਰਕੇ, ਉਸ ਤੋਂ ਬਾਅਦ ਜਦੋਂ 4 ਕੜੀ ਦਿਨ ਚੜ ਗਿਆ, ਯਾਨੀ ਕੋਈ ਸਵੇਰ ਦੇ 8-9 ਵਜੇ ਹਨ, ਤਾਂ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਦੀਵਾਨ ਲਾਇਆ ਹੈ। ਜਿਸ ਕੀ ਗਣ ਸੰਗਤਾਂ ਇਕੱਠੀ ਪੁਰ ਹੋਈ। ਚਾਰੇ ਪਾਸਿਓਂ ਉੱਤਰ ਦੱਖਣ ਪੂਰਬ ਪੱਛਮ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਇਕੱਠੀਆਂ ਹੋਈਆਂ, ਮਹਾਰਾਜ ਦੇ ਦਰਸ਼ਨਾਂ ਲਈ ਆਈਆਂ ਹੋਈਆਂ ਹਨ। ਕਰਿਓ ਹੁਕਮ ਅਬ ਆਏ ਕਹਿ ਦਰਸੈ ਸਭ ਕੋਈ। ਜਿਹੜੀਆਂ ਸੰਗਤਾਂ 2-4 ਦਿਨਾਂ ਤੋਂ ਉਡੀਕ ਰਹੀਆਂ ਸਨ ਜਾਂ ਦੂਰੋਂ ਚੱਲ ਕੇ ਆਈਆਂ ਸਨ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ, ਮਹਾਰਾਜ ਨਦੌਣ ਗਏ ਹੋਏ ਸਨ ਤੇ ਨਦੌਣ ਤੋਂ ਵਾਪਸ ਆਏ। ਉਹ ਸਾਰੀਆਂ ਸੰਗਤਾਂ ਜੋ ਦਰਸ਼ਨਾਂ ਦੀ ਉਡੀਕ ਵਿੱਚ ਬੈਠੀਆਂ ਸਨ, ਉਹਨਾਂ ਨੂੰ ਸੁਨੇਹਾ ਭੇਜਿਆ ਹੈ, ਆਓ ਭਾਈ ਸਤਿਗੁਰੂ ਜੀ ਦਾ ਦੀਵਾਨ ਲੱਗ ਗਿਆ ਹੈ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ
ਚੱਲ ਕੇ ਦਰਸ਼ਨ ਕਰ ਲਵੋ। ਗਇਓ ਮੇਵਰਾ ਸਭਨ ਪੈ ਗੁਰ ਆਏ ਸਗਾਈ। ਮਹਾਰਾਜ ਸੱਚੇ ਪਾਤਸ਼ਾਹ ਦਾ ਮੇਵੜਾ ਅਰਦਾਸੀਆ ਸਾਰਿਆਂ ਡੇਰਿਆਂ ਵਿੱਚ ਸਾਰੇ ਸਿਵਰਾਂ ਵਿੱਚ ਗਿਆ ਹੈ ਤੇ ਗੁਰੂ ਸਾਹਿਬ ਜੀ ਦੀ ਆਗਿਆ ਉਸਨੇ ਸਾਰਿਆਂ ਨੂੰ ਸੁਣਾਈ ਹੈ। ਸੁਨ ਸਰੋਨਨ ਮੈਂ ਆਨੰਦ ਭਾ ਤੂਰਨ ਸਮੁਦਾਈ। ਸਾਰਿਆਂ ਨੂੰ ਸੁਣ ਕੇ ਖੁਸ਼ੀ ਪ੍ਰਸੰਨਤਾ ਮਿਲੀ ਹੈ, ਬੜੇ ਪ੍ਰਸੰਨ ਹੋਏ ਹਨ। ਨਾਨਾ ਲੀਨ ਅਕੋਰ ਕੋ ਉਤਲਾਵਤ ਆਏ। ਨਾਨਾ ਪ੍ਰਕਾਰ ਦੀਆਂ ਭੇਟਾਵਾਂ, ਕੋਈ ਜੰਗੀ ਘੋੜਾ ਲੈ ਕੇ ਆਇਆ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਢਾਲ ਤਲਵਾਰ ਬਰਛਾ ਬੰਦੂਕ ਲੈ ਕੇ ਆਇਆ, ਕੋਈ ਬਸਤਰ, ਕੋਈ ਮਾਇਆ, ਕੋਈ ਖਾਣ ਪਾਣ ਦੇ ਪਦਾਰਥ ਮੇਵੇ, ਜੈਸੀ ਜੈਸੀ ਕੋਈ ਭੇਟਾ ਲੈ ਕੇ ਆਇਆ ਹੈ। ਛੇਤੀ ਨਾਲ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕਰਨ ਲਈ ਦੌੜੇ ਹਨ ਸਿੱਖ। ਮਨੋ ਤਿਰਖਾ ਤੁਰ ਤਾਲ ਕੀ ਸੁਧ ਸੁਨ ਕਰ ਧਾਏ। ਜਿਵੇਂ ਮਾਨੋ ਪਿਆਸਿਆਂ ਨੂੰ ਪਤਾ ਲੱਗਾ ਹੋਵੇ ਵੀ ਨੇੜੇ ਹੀ ਸਰੋਵਰ ਹੈ, ਉਥੋਂ ਜਲ ਮਿਲੇਗਾ ਪੀਣ ਵਾਸਤੇ। ਇਵੇਂ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਆਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਵਾਲੇ ਗੁਰਸਿੱਖ ਦੌੜੇ ਆਏ ਹਨ। ਚਮਰ ਚਲਾ ਚਲ ਚੁਆਰ ਹਵੈ ਜਨ ਕਿਰਨ ਸਕੇਲੀ। ਮਹਾਰਾਜ ਦੇ ਸੀਸ ਉੱਤੇ ਬੜਾ ਸੁੰਦਰ ਚੌਰ ਚੌਰ ਬਰਦਾਰ ਚਲਾ ਰਹੇ ਨੇ, ਦੋਵੇਂ ਪਾਸੇ ਖੜੇ ਹੋਏ। ਏਦਾਂ ਲੱਗਦਾ ਮਾਨੋ ਸੂਰਜ ਦੀਆਂ ਕਿਰਨਾਂ ਇਕੱਠੀਆਂ ਕਰਕੇ। ਝੂਲਤ ਕਲਗੀ ਸੀਸ ਪਰ ਦਮਕਤ ਦੁੱਤ ਮੇਲੀ। ਮਹਾਰਾਜ ਦੇ ਸੀਸ ਤੇ ਕਲਗੀ ਸ਼ੋਭਾ ਪਾ ਰਹੀ ਹੈ, ਝੂਲਦੀ ਆ ਕਲਗੀ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਨਾ ਮੈਂ ਬੁੰਨੀ ਮੈਂ ਕੁੱਠੀ ਵੇ ਲੋਕਾ। ਉਸ ਕਲਗੀ ਦੀਆਂ ਅਣੀਆਂ, ਉਹ ਕਲਗੀ ਦੀਆਂ ਅਣੀਆਂ ਹੀ ਮਨ ਨੂੰ ਮੋਹ ਲੈਂਦੀਆਂ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਬਾਰੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਆਨ ਕੀ ਆਥ ਨਿਰਾਸ ਪਈ ਕਲਗੀਧਰ ਬਾਸ ਕੀਓ ਮਨ ਮਾਹੀ। ਏਦਾਂ ਕਲਗੀਆਂ ਵਾਲੇ ਪਾਤਸ਼ਾਹ ਤਖਤ ਤੇ ਬੈਠੇ ਹਨ। ਰੰਗਦਾਰ ਦਸਤਾਰ ਕੋ ਬੰਧੇਜ ਅਨੂਠੋ। ਅੱਜ ਬੜੀ ਸੋਹਣੀ ਰੰਗਦਾਰ ਦਸਤਾਰ ਸੀਸ ਤੇ ਸਜਾਈ ਹੈ, ਬੜੇ ਅਨੂਠੇ ਢੰਗ ਨਾਲ, ਫੱਬਵੇਂ ਢੰਗ ਨਾਲ ਸੋਹਣੀ ਦਸਤਾਰ ਸੀਸ ਤੇ ਸੋਭਾ ਪਾ ਰਹੀ ਹੈ। ਜਿਗਾ ਜਵਾਹਰ ਜਗਮਗ ਹੈ ਜਾਹਰ ਛਬ ਉਠੋ। ਮਹਾਰਾਜ ਦੇ ਕਲਗੀ ਦੇ ਨਾਲ ਜਿਗਾ ਜਿਹੜੀ ਹੀਰਿਆਂ ਮੋਤੀਆਂ ਨਾਲ ਜੜੀ ਹੋਈ ਹੈ, ਜਗਮਗ ਜਗਮਗ ਕਰਦੀ ਹੈ, ਜਿਹਦੀ ਚਮਕ ਦੂਰੋਂ ਹੀ ਪੈਂਦੀ ਹੈ। ਬਦਨ ਚੰਦ ਅਹਲਾਦ ਕਰ ਮੰਡਲ ਬੱਡ ਰੂਰਾ। ਮਹਾਰਾਜ ਦਾ ਮੁਖੜਾ ਬੜਾ ਖਿੜਿਆ ਹੋਇਆ ਹੈ, ਸੁੰਦਰ ਚੰਦਰਮਾ ਵਰਗਾ ਸਮਾਨ ਸੋਹਣਾ ਸੁੰਦਰ ਮੁਖੜਾ ਹੈ, ਬਾਲਾ ਹੀ ਮਨ ਨੂੰ ਮੋਹਣ ਵਾਲਾ ਹੈ, ਬੜਾ ਤੇਜ ਪ੍ਰਤਾਪੀ ਮੱਥਾ ਹੈ। ਨੇਤਰਾਂ ਵਿੱਚੋਂ ਜਦੋਂ ਜੋਤ ਨਿਕਲ ਕੇ ਆਪਣੇ ਸੇਵਕਾਂ ਤੇ ਪੈਂਦੀ ਆ ਦ੍ਰਿਸ਼ਟੀ ਤਾਂ ਉਹਨਾਂ ਨੂੰ ਨਿਹਾਲ ਕਰ ਦਿੰਦੇ ਹਨ। ਕੁੰਡਲ ਡੋਲਤ ਕਰਨ ਯੁਗ ਸੋਭਤ ਗੁਰਸੂਰਾ। ਬੜੇ ਸੋਹਣੇ ਕੁੰਡਲ ਸੋਭਾ ਪਾਉਂਦੇ ਨੇ, ਕਰਨਾਂ ਵਿੱਚ ਪਾਏ ਹੋਏ ਪਾਤਸ਼ਾਹ ਬੜੇ ਸੋਹਣੇ ਲੱਗਦੇ ਨੇ। ਕਮਲ ਪਾਖਰੀ ਆਂਖ ਜੁਗ ਪੈਨੀ ਜੁਗ ਕੋਰਾ। ਆਹਾ, ਕਮਲ ਦੀਆਂ ਪੰਖੜੀਆਂ ਵਰਗੀਆਂ ਮੋਟੀਆਂ ਸੁੰਦਰ ਵਿਸਤਰਤ ਸੋਹਣੀਆਂ ਅੱਖਾਂ ਹਨ, ਜਿਨ੍ਹਾਂ ਦੀਆਂ ਦੋਵਾਂ ਕੋਰਾਂ ਤਿੱਖੀਆਂ ਹਨ ਬੜੀਆਂ। ਲਾਜ ਜਹਾਜ ਕਿਰਪਾ ਭਰੇ ਦੇਖਤ ਸਿੱਖ ਔਰਾ। ਔਰ ਇਹ ਨੇਤਰਾਂ ਦੇ ਵਿੱਚ ਜਿੱਥੇ ਵੀਰ ਰਸ ਹੈ, ਜਿੱਥੇ ਜਾਹੋ ਜਲਾਲ ਹੈ, ਉੱਥੇ ਇਹਨਾਂ ਨੇਤਰਾਂ ਵਿੱਚ ਲਾਜ ਵੀ ਹੈ। ਲਾਜ ਜਹਾਜ਼, ਮਾਨੋ ਲਾਜ ਦੇ, ਲੱਜਾ ਦੇ, ਸ਼ਰਮ ਦੇ ਦੋ ਜਹਾਜ਼ ਭਰੇ ਪਏ ਹਨ। ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਬਾਰੇ ਪੁਰਾਤਨ ਸਿੰਘ ਅਰਦਾਸ ਕਰਿਆ ਕਰਦੇ ਸੀ। ਨਿਹੰਗ ਸਿੰਘ ਖਾਸ ਕਰਕੇ ਲੰਗਰ ਛਕਣ ਤੋਂ ਬਾਅਦ ਕਹਿੰਦੇ ਹੁੰਦੇ ਸੀ, ਹੁਣ ਦੇ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ, ਮਰਿਆਦਾ ਹੀ ਨਿਹੰਗ ਸਿੰਘ ਵੀ ਭੁੱਲੀ ਜਾਂਦੇ ਆ। ਇਹ ਪੁਰਾਤਨ ਮਰਿਆਦਾ ਸੀ, ਪ੍ਰਸ਼ਾਦਾ ਛਕਣਾ ਤੇ ਆਖਣਾ, ਹੇ ਸੋਢੀ ਸੱਚੇ ਪਾਤਸ਼ਾਹ ਮਹਾਰਾਜ, ਨਾ ਕਰੀ ਕਿਸੇ ਦਾ ਮੁਥਾਜ, ਕਰੀ ਉਹਦਾ ਮੁਥਾਜ ਜਿਹਦੇ ਨੇਤਰਾਂ 'ਚ ਲਾਜ। ਚੜ੍ਹਨੇ ਕੋ ਘੋੜਾ ਉਡਾਣੇ ਕੋ ਬਾਜ, ਤੇਰਾ ਚਾਰ ਕੁੰਡ ਤੇ ਰਾਜ। ਐਸੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨੇਤਰ ਹਨ, ਉਹਨਾਂ ਦੇ ਵਿੱਚ ਲਾਜ ਹੈ, ਸ਼ਰਮ ਹੈ। ਭਾਵ ਜੇ ਕੋਈ ਸ਼ਰਨ ਆ ਜਾਵੇ ਤੇ ਫਿਰ ਮਹਾਰਾਜ ਉਹਨੂੰ ਖਾਲੀ ਨਹੀਂ ਮੋੜ ਸਕਦੇ। ਇਹ ਉਹਨਾਂ ਦਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹਾਂਜੀ। ਸਮਸ ਸਿਆਮ ਸੁੰਦਰ ਗਿਰਦ ਲਗ ਲਗ ਸਮੁਦਾਈ। ਸੋਹਣਾ ਸੁੰਦਰ ਮੁਖੜਾ ਹੈ ਤੇ ਕਾਲੇ ਰੰਗ ਦੀ ਦਾੜੀ
ਮਹਾਰਾਜ ਦੇ ਸੁੰਦਰ ਮੁਖੜੇ ਦੇ ਆਲੇ ਦੁਆਲੇ ਛੋਟੀ ਛੋਟੀ ਬੜੀ ਸੋਹਣੀ ਲੱਗਦੀ ਹੈ। ਸਹਿਜ ਸੋਚਿਕ ਮਨ ਕੇਸ ਸੁਭ ਅਸ ਉਪਮਾ ਗਾਈ। ਕਵੀ ਜੀ ਕਹਿੰਦੇ ਸਹਿਜ ਸੁਭਾਅ ਬੜੇ ਸੋਹਣੇ ਨੇਚਰਲੀ ਕੁਦਰਤੀ ਚੀਕਣੇ ਚੀਕਣੇ ਕੇਸ ਹਨ, ਕਾਲੇ ਕਾਲੇ ਕੇਸ ਹਨ। ਕਵੀ ਜੀ ਕਹਿੰਦੇ ਮੇਰੇ ਮਨ 'ਚ ਇਉਂ ਉਪਮਾ ਆਈ ਹੈ। ਰਤਨ ਉਡਗ ਮੁਖ ਚੰਦ ਢਿੱਗ ਪਸਰਿਓ ਤਮ ਜਾਲਾ। ਏਦਾਂ ਲੱਗਦਾ ਹੈ ਵੀ ਜਿਵੇਂ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਮੁਖੜਾ ਚੰਦਰਮਾ ਸਮਾਨ ਹੈ ਤੇ ਆਲੇ ਦੁਆਲੇ ਕਹਿੰਦੇ ਹਨੇਰਾ ਪਸਰਿਆ ਹੋਇਆ, ਜਿਵੇਂ ਚੰਦਰਮਾ ਦੇ ਆਲੇ ਦੁਆਲੇ ਹਨੇਰਾ ਹੁੰਦਾ ਜਾਂ ਤਾਰਿਆਂ ਦੇ ਆਲੇ ਦੁਆਲੇ ਹਨੇਰਾ ਹੁੰਦਾ, ਇਸ ਤਰ੍ਹਾਂ ਤਾਰਿਆਂ ਵਰਗਾ ਸਤਿਗੁਰਾਂ ਦਾ ਮੁਖੜਾ ਚਮਕਦਾ ਹੈ, ਰਤਨਾ ਵਰਗਾ ਮਹਾਰਾਜ ਦਾ ਮੁਖੜਾ ਚਮਕਦਾ ਹੈ ਤੇ ਕਾਲੇ ਕੇਸ ਜਿਹੜੇ ਹਨ ਉਹ ਹਨੇਰੇ ਦੇ ਸਮਾਨ ਸੋਭਾ ਪਾ ਰਹੇ ਹਨ। ਦਿਪਤ ਦਸਨ ਮੁਸਕਿਆਨ ਜੁਤ ਦੁਤ ਚਾਰ ਵਿਸਾਲਾ। ਜਦੋਂ ਪਾਤਸ਼ਾਹ ਮੁਸਕਰਾਉਂਦੇ ਹਨ ਤੇ ਬੁੱਲੀਆਂ ਤੇ ਹਾਸਾ ਆਉਂਦਾ ਹੈ, ਉਸ ਵੇਲੇ ਪਾਤਸ਼ਾਹ ਦੇ ਮੋਤੀਆਂ ਵਰਗੇ ਦੰਦ ਇਉਂ ਚਮਕਦੇ ਨੇ ਜਿਵੇਂ ਮੋਤੀਆਂ ਦੇ ਡੱਬੇ ਵਿੱਚ ਮੋਤੀ ਚਮਕਦੇ ਹੋਣ। ਮਨੋ ਸੁਰਨ ਕੀ ਸਭਾ ਮੈਂ ਕਮਲਾਸਨ ਬੈਸੇ। ਆਖੋ ਸਤਨਾਮ ਸ੍ਰੀ। ਕਵੀ ਜੀ ਕਹਿੰਦੇ ਇੰਝ ਲੱਗਦਾ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਬ੍ਰਹਮਾ ਜੀ ਬੈਠੇ ਹੋਣ। ਸਿੱਖ ਸੰਗਤ ਕੇ ਵਿੱਚ ਪ੍ਰਭ ਸੋਬਤ ਦੁੱਤ ਐਸੇ। ਆਪਣੇ ਸਿੱਖ ਸੰਗਤ ਵਿੱਚ ਪਾਤਸ਼ਾਹ ਕਲਗੀਆਂ ਵਾਲੇ ਇਸ ਤਰ੍ਹਾਂ ਸੋਭਾ ਪਾ ਰਹੇ ਹਨ। ਦਰਸ਼ਨ ਕਰ ਕਰ ਬੰਦਨਾ ਗਨ ਅਰਪ ਅਕੋਰ ਹੈ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਰੱਖ ਕੇ ਨਮਸਕਾਰਾਂ ਕਰਦੇ ਹਨ। ਬੈਠਤ ਹੈ ਚਹੁ ਦਿਸ਼ਾ ਮੈਂ ਦੋਨੋਂ ਕਰ ਜੋਰੇ। ਔਰ ਸਾਧ ਸੰਗਤ ਜੀ ਚਾਰੇ ਪਾਸੇ ਮਹਾਰਾਜ ਦੇ ਆਲੇ ਦੁਆਲੇ ਬੈਠਦੇ ਹਨ, ਦੋਵੇਂ ਹੱਥ ਜੋੜ ਕੇ ਸੋਭਦੇ ਹਨ। ਜਸ ਜਸ ਧਰ ਧਰ ਭਾਵਨਾ ਸਤਿਗੁਰ ਦਰਸ਼ਨ ਤੇ। ਜੈਸੀ ਜੈਸੀ ਭਾਵਨਾ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਦੇ ਨੇ, ਕੋਈ ਤਾਂ ਮਹਾਰਾਜ ਕੋਲੋਂ ਮੁਕਤੀ ਮੰਗਣ ਆਇਆ ਹੈ ਤੇ ਕੋਈ ਸੰਸਾਰ ਦੇ ਸੁੱਖ ਮੰਗਣ ਆਇਆ ਹੈ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਜੈਸੀ ਜੈਸੀ ਭਾਵਨਾ ਨਾਲ ਸਿੱਖ ਦਰਸ਼ਨ ਕਰਦੇ ਨੇ, ਤਸ ਤਸ ਪੁਰਵਤ ਸੰਗਤਾਂ ਅਰਦਾਸ ਕਰਨ ਤੇ। ਤੈਸੀ ਤੈਸੀ ਮਹਾਰਾਜ ਭਾਵਨਾ ਪੂਰੀ ਕਰੀ ਜਾਂਦੇ ਨੇ। ਸੰਗਤਾਂ ਅਰਦਾਸਾਂ ਕਰ ਰਹੀਆਂ ਨੇ, ਜੋ ਮੰਗਦੀਆਂ ਨੇ ਸੰਗਤਾਂ ਮਹਾਰਾਜ ਦੇਈ ਜਾਂਦੇ ਨੇ। ਕਿਰਪਾ ਦ੍ਰਿਸ਼ਟ ਸਭ ਹੂਨ ਪਰ ਡਾਰਤ ਦਿਸ ਚਾਰੇ। ਮਹਾਰਾਜ ਚਾਰੇ ਪਾਸੇ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ। ਸੰਗਤਾਂ ਦੇ ਦੀਵਾਨ ਵਿੱਚ ਬੈਠੀਆਂ ਹੋਈਆਂ ਸੰਗਤਾਂ ਤੇ ਵੀ ਨਿਗਾਹ ਪੈਂਦੀ ਹੈ, ਔਰ ਜਿਹੜੇ ਮੱਥਾ ਟੇਕਣ ਲਈ ਲਾਈਨ 'ਚ ਲੱਗੇ ਖਲੋਤੇ ਨੇ ਉਹਨਾਂ ਤੇ ਵੀ ਨਿਗਾਹ ਪੈਂਦੀ ਹੈ। ਜਿਹੜੇ ਦੂਰ ਖੜ ਕੇ ਦਰਸ਼ਨ ਕਰ ਰਹੇ ਨੇ, ਅਜੇ ਨੇੜੇ ਆਉਣ ਦਾ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ, ਉਹਨਾਂ ਉੱਤੇ ਵੀ ਦ੍ਰਿਸ਼ਟੀ ਕਰ ਰਹੇ ਨੇ। ਮਨਹੁ ਸ੍ਰਿਸ਼ਟ ਕਰ ਉਤਪਤੀ ਬਿਦ ਤਿਨਹੁ ਨਿਹਾਰੇ। ਏਦਾਂ ਲੱਗਦਾ ਆਖੋ ਸਤਨਾਮ ਸ੍ਰੀ। ਭਾਈ ਸੰਤੋਖ ਸਿੰਘ ਜੀ ਕਵੀ ਰਾਜ ਇਹੋ ਜਿਹਾ ਰੰਗ ਬੰਨ੍ਹ ਦਿੰਦੇ ਨੇ, ਇਹੋ ਜਿਹੀ ਉੱਚੀ ਅਵਸਥਾ 'ਚ ਉਡਾਰੀ ਮਾਰਦੇ ਨੇ। ਸਾਧ ਸੰਗਤ ਜੀ ਉੱਥੇ ਜਾਣਾ ਬੜਾ ਔਖਾ ਹੈ। ਜਹਾਂ ਨਾ ਪਹੁੰਚੇ ਰਵੀ ਵਾਹ ਪਹੁੰਚੇ ਕਵੀ। ਕਹਿੰਦੇ ਮਨ ਨੂੰ ਇੱਦਾਂ ਲੱਗਦਾ ਕਲਗੀਧਰ ਪਾਤਸ਼ਾਹ ਇੱਦਾਂ ਆਪਣੀਆਂ ਸੰਗਤਾਂ ਵੱਲ ਵੇਖਦੇ ਨੇ ਜਿਵੇਂ ਬ੍ਰਹਮਾ ਜੀ ਸੰਸਾਰ ਦੀ ਉਤਪਤੀ ਕਰਕੇ ਸੰਸਾਰ ਵੱਲ ਵੇਖ ਰਹੇ ਹੋਣ। ਜਦੋਂ ਬ੍ਰਹਮਾ ਜੀ ਸੰਸਾਰ ਦੀ ਰਚਨਾ ਕਰ ਦਿੰਦੇ ਨੇ ਤਾਂ ਫਿਰ ਆਪਣੇ ਬਣਾਏ ਹੋਏ ਸੰਸਾਰ ਵੱਲ ਵੇਖੀ ਜਾਂਦੇ ਨੇ। ਇੱਦਾਂ ਸਤਿਗੁਰੂ ਆਪਣੇ ਖਾਲਸੇ ਵੱਲ ਵੇਖ ਰਹੇ ਨੇ, ਆਪਣੀਆਂ ਸੰਗਤਾਂ ਵੱਲ ਵੇਖ ਰਹੇ ਨੇ। ਜਾਮ ਥਰੇ ਵਿੱਚ ਸਭਾ ਕੇ ਦਰਸ਼ਨ ਕੋ ਦੀਨਾ। ਇੱਕ ਪੈਰ ਲਗਭਗ 3 ਘੰਟੇ ਸਭਾ ਵਿੱਚ ਬੈਠੇ ਰਹੇ, 3 ਘੰਟੇ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਕਰ ਨਿਹਾਲ ਤਬ ਸੰਗਤਾਂ ਉਠਬੇ ਮਨ ਕੀਨਾ। ਸੰਗਤਾਂ ਨੂੰ ਨਿਹਾਲ ਕਰਕੇ ਉੱਠਣ ਦੀ ਸੋਚੀ ਹੈ ਵੀ ਉੱਠੀਏ ਹੁਣ। ਆਪਨ ਸਦਨ ਮੈਂ ਪੁੰਨ ਗਏ ਬੈਠੇ ਗੁਣ ਖਾਨੀ। ਫਿਰ ਮਹਾਰਾਜ ਆਪਣੇ ਮਹਿਲਾਂ ਵਿੱਚ ਚਲੇ ਗਏ ਨੇ
ਤੇ ਗੁਣਾਂ ਦੀ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜਾ ਕੇ ਮਹਿਲਾਂ ਵਿੱਚ ਬੈਠੇ ਨੇ, ਦੀਵਾਨ ਦੀ ਸਮਾਪਤੀ ਕਰ ਗਏ ਨੇ। ਭੋਜਨ ਥਾਰ ਪਰੋਸਿਓ ਆਨਿਓ ਤਿਹ ਥਾਨੀ। ਸੇਵਾਦਾਰਾਂ ਨੇ ਭੋਜਨ ਦਾ ਥਾਲ ਪਰੋਸ ਕੇ ਅੱਗੇ ਲਿਆਂਦਾ ਹੈ, ਚੌਂਕੀ ਤੇ ਧਰਿਆ ਹੈ। ਅਚਿਓ ਸਵਾਦ ਮਨ ਭਾਵ ਤੇ ਛੁੱਧ ਤੇ ਤ੍ਰਿਪਤਾਏ। ਮਹਾਰਾਜ ਨੇ ਬੜਾ ਸਵਾਦਿਸ਼ਟ ਭੋਜਨ, ਮਨ ਭਾਉਂਦਾ ਭੋਜਨ ਬੜੀ ਪ੍ਰਸੰਨਤਾ ਦੇ ਨਾਲ, ਖੁਸ਼ੀ ਦੇ ਨਾਲ ਛਕਿਆ ਹੈ। ਘਰੇ ਦੁਪਹਿਰੇ ਸਤਿਗੁਰੂ ਲੋਚਨ ਅਲਸਾਏ। ਹੁਣ ਦੁਪਹਿਰਾ ਢਲਣ ਲੱਗਾ ਹੈ, 12 ਵੱਜ ਗਏ ਨੇ, ਦੁਪਹਿਰ ਦੇ 1 ਵੱਜ ਗਿਆ ਹੈ। ਹੁਣ ਥੋੜਾ ਆਰਾਮ ਕਰਨ ਲਈ, ਕਿਉਂਕਿ ਸਵਾ ਪਹਿਰ ਰਾਤ ਰਹਿੰਦੀ ਉੱਠ ਪੈਂਦੇ ਸਨ, ਕੁਝ ਸਮਾਂ ਆਰਾਮ ਕਰਨ ਦੀ ਨੇਤਰਾਂ ਵਿੱਚ ਆਲਸ ਆਈ ਹੈ। ਕੋੜੇ ਮ੍ਰਿਦਲ ਪ੍ਰਿਅੰਕ ਪਰ ਕੁਛ ਕੀਨ ਆਰਾਮ। ਔਰ ਸੋਹਣੇ ਪਲੰਗ ਤੇ ਬਿਰਾਜ ਗਏ ਨੇ ਤੇ ਫਿਰ ਕੁਝ ਘੜੀਆਂ ਆਰਾਮ ਕੀਤਾ ਹੈ। ਸਵਾ ਜਾਮ ਦਿਨ ਕੀ ਰਹੇ ਜਾਗੇ ਸੁਖ ਧਾਮੂ। ਤੇ ਫਿਰ ਜਦੋਂ ਸਵਾ ਪਹਿਰ ਦਿਨ ਰਹਿ ਗਿਆ, ਭਾਵ ਸ਼ਾਮ ਦੇ ਕੋਈ 3 3:30 ਵਜੇ ਹਨ, ਪੌਣੇ 4 ਘੰਟੇ ਦਿਨ ਬਾਕੀ ਰਵੇ, ਉਹਨੂੰ ਸਵਾ ਪਹਿਰ ਕਹਿੰਦੇ ਆ। ਯਾਨੀ ਕਿ ਸ਼ਾਮ ਦੇ 2:30 3 ਵਜੇ ਤੋਂ ਬਾਅਦ 4 ਵਜੇ ਦੇ ਪਹਿਲਾਂ ਗੁਰੂ ਸਾਹਿਬ ਜਾਗ ਪਏ ਹਨ। ਗਰੀਬ ਦਾ ਮਨ ਆਦ ਗਨ ਰਗੜੀ ਸਰਦਾਈ। ਸੇਵਾਦਾਰਾਂ ਨੇ ਰਗੜਾ ਲਾਇਆ ਹੈ, ਬਦਾਮ, ਲਾਚੀਆਂ, ਲੌਂਗ, ਇਦਾਂ ਦੇ ਸੋਹਣੇ ਸੋਹਣੇ ਪਦਾਰਥ ਪਾ ਕੇ, ਖਸਖਸ ਪਾ ਕੇ ਸਤਿਗੁਰਾਂ ਦੇ ਲਈ ਦੇਗ ਤਿਆਰ ਕੀਤੀ ਹੈ। ਵਿਜਿਆ ਆਦਿਕ ਜਿਹੇ ਅਡਕ ਤਿਸ ਬੀਚ ਕੁਟਾਈ। ਵਿਜਿਆ ਦੇਗ ਜਿਹੜੀ ਹੈ ਸਾਧ ਸੰਗਤ ਜੀ, ਸ਼ਹੀਦੀ ਦੇਗ 5 ਪੱਤੇ ਪਾਣ ਦੀ ਮਰਜ਼ਾਦਾ ਹੈ। ਇਹ ਕੋਈ ਜ਼ਿਆਦਾ ਨਸ਼ਾ ਨਹੀਂ ਕਰਿਆ ਜਾਂਦਾ। ਜਿਹੜੇ ਲੋਕ ਨਸ਼ੇ ਭੰਗੜ ਲੋਕ ਹਨ ਉਹ ਤਾਂ ਬਹੁਤ ਸੁੱਖਾ ਪੀਂਦੇ ਹਨ, ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਨਾਮ ਜਪਣਾ ਹੋਵੇ, ਜੰਗ ਯੁੱਧ ਲੜਨਾ ਹੋਵੇ, ਉਹਨਾਂ ਵਾਸਤੇ ਮਰਜ਼ਾਦਾ ਹੈ 5 ਪੱਤਿਆਂ ਦੀ। ਸੋ 5 ਪੱਤੇ ਪਾ ਕੇ ਸ਼ਰਦਾਈ ਰਗੜੀ ਹੈ, ਦੇਗ ਰਗੜੀ ਹੈ। ਆਨੀ ਦਾਸਨ ਤਿਆਰ ਕਰ ਪਿਖ ਹੁਕਮ ਬਖਾਨਾ। ਮਹਾਰਾਜ ਸੱਚੇ ਪਾਤਸ਼ਾਹ ਲਈ ਦੇਗ ਲੈ ਕੇ ਕਟੋਰਾ ਭਾਈ ਆਲਮ ਸਿੰਘ ਜੀ ਆਏ ਹਨ, ਕਿਉਂਕਿ ਮਹਾਰਾਜ ਦੇ ਗੜਵਈ ਭਾਈ ਆਲਮ ਸਿੰਘ ਜੀ ਸਨ। ਤੇ ਆ ਕੇ ਸਤਿਗੁਰੂ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਪੜੋ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਦਿੱਤਾ ਹੈ। ਹੁਤੀ ਅਫੀਮ ਵਿਦੇਸ਼ ਕੀ ਜਿਸ ਅਮਲ ਮਹਾਨਾ। ਛਤਰਧਾਰਾ ਸਾਧ ਸੰਗਤ ਜੀ ਜਿਹੜਾ ਵਿਦੇਸ਼ ਵਿੱਚੋਂ ਆਇਆ ਸੀ, ਉਹ ਮਹਾਰਾਜ ਜੀ ਨੂੰ ਛਕਾਇਆ ਹੈ। ਬਹੁਤ ਤਾਰੀਫ ਸਿੱਖ ਨੇ ਕਰੀ ਸੋ ਕੋ ਸਮਝਾਰਾ। ਸਿੱਖ ਨੇ ਉਹਦੀ ਬੜੀ ਤਾਰੀਫ ਕੀਤੀ ਹੈ। ਸਾਧ ਸੰਗਤ ਜੀ ਅੱਜ ਕੱਲ੍ਹ ਲੋਕ ਇਹਨਾਂ ਪਦਾਰਥਾਂ ਨੂੰ ਨਸ਼ੇ ਲਈ ਵਰਤਦੇ ਹਨ। ਉਸ ਵੇਲੇ ਇਹ ਦਵਾਈ ਹੁੰਦੀ ਸੀ। ਜੰਗਾਂ ਯੁੱਧਾਂ ਦੇ ਵਿੱਚ ਸੂਰਮੇ ਜਦੋਂ ਲੜਦੇ ਸਨ, ਸੱਟਾਂ ਲੱਗਦੀਆਂ, ਗੋਲੀਆਂ ਲੱਗਦੀਆਂ, ਤੀਰ ਲੱਗਦੇ ਸਨ, ਤਾਂ ਅੱਜ ਕੱਲ੍ਹ ਵਰਗੇ ਉਸ ਨੂੰ ਮਾਰਫੀਆ ਦੇ ਟੀਕੇ ਨਹੀਂ ਸਨ। ਅੱਜ ਕੱਲ੍ਹ ਵੀ ਫੌਜ ਦੇ ਵਿੱਚ ਜਦੋਂ ਕੋਈ ਸਿਪਾਹੀ ਜੰਗ ਨੂੰ ਜਾਂਦਾ, ਉਹਨੂੰ ਮਾਰਫੀਆ ਦੇ 2 ਟੀਕੇ ਦਿੱਤੇ ਜਾਂਦੇ ਹਨ। ਉਹ ਅਫੀਮ ਦੇ ਬਣੇ ਹੁੰਦੇ ਹਨ। ਭਾਵ ਜਦੋਂ ਸੱਟ ਲੱਗ ਜਾਏ, ਗੋਲੀ ਲੱਗ ਜਾਏ, ਤੀਰ ਲੱਗ ਜਾਏ, ਤੇ ਉਹ ਫਿਰ ਉਸ ਵੇਲੇ ਆਪਣੇ ਸਰੀਰ ਨੂੰ ਕਾਇਮ ਕਰਕੇ ਟਿਕਾਣੇ ਤੇ ਪਹੁੰਚ ਸਕੇ। ਇਹਨੂੰ ਜੇ ਕੋਈ ਨਸ਼ੇ ਲਈ ਕਰੇ, ਕੋਈ ਵੀ ਚੀਜ਼ ਹੈ ਦੁਨੀਆ ਦੀ, ਉਹਦੇ 2 ਪੱਖ ਹੁੰਦੇ ਹਨ। ਸਤਿਗੁਰੂ ਬਾਣੀ 'ਚ ਲਿਖਦੇ, ਸੰਸਾਰ ਬਿਰਖ ਕੋ 2 ਫਲ ਲਾਏ, ਬਿਖ ਅੰਮ੍ਰਿਤ ਕਰਤਾਰ ਉਪਾਏ। ਸੰਸਾਰ ਰੂਪੀ ਬੂਟੇ ਨੂੰ ਪ੍ਰਮਾਤਮਾ ਨੇ 2 ਤਰ੍ਹਾਂ ਦੇ ਫਲ ਲਾਏ ਹੋਏ ਨੇ, ਜ਼ਹਿਰ ਵੀ ਲਾਇਆ ਹੋਇਆ ਤੇ ਅੰਮ੍ਰਿਤ ਵੀ ਲਾਇਆ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਕੌਤਕ ਕਰਕੇ ਦਿਖਾਇਆ ਸੀ ਸਿੱਧਾਂ ਨੂੰ। ਇੱਕ ਪਾਸੇ ਰੀਠੇ ਮਿੱਠੇ ਸੀ, ਇੱਕ ਪਾਸੇ ਕੌੜੇ ਸੀ। ਜਿੱਧਰ ਨਾਮ ਦਾ ਪ੍ਰਤਾਪ ਸੀ, ਜਿੱਧਰ ਸਤਿਗੁਰੂ ਬੈਠੇ ਕੀਰਤਨ ਕਰ ਰਹੇ ਸਨ, ਉਹ ਕੌੜੇ ਰੀਠੇ ਮਿੱਠੇ ਹੋ ਗਏ। ਤੇ ਜਿੱਧਰ ਨਾਮ ਬਾਣੀ ਦਾ ਪ੍ਰਤਾਪ ਨਹੀਂ ਸੀ, ਕੇਵਲ ਰਿੱਧੀਆਂ ਸਿੱਧੀਆਂ ਤੇ ਮੈਂ ਮੇਰੀ ਦਾ ਹੰਕਾਰ ਹੀ ਬੋਲਦਾ ਸੀ, ਉਧਰ ਰੀਠੇ ਕੌੜੇ ਰਹਿ ਗਏ। ਸੱਚੇ ਪਾਤਸ਼ਾਹ ਨੇ ਦੱਸਿਆ ਵੀ ਸੰਸਾਰ 'ਚ ਹਰ ਚੀਜ਼ ਦੇ ਨੈਗੇਟਿਵ ਤੇ ਪੋਜ਼ਿਟਿਵ ਪੱਖ ਹੁੰਦੇ ਹਨ। ਉਹੀ ਚੀਜ਼ ਜ਼ਹਿਰ ਬਣ ਜਾਂਦੀ ਹੈ ਜੇ ਗਲਤ ਤਰੀਕੇ ਨਾਲ ਖਾਈ ਜਾਵੇ, ਤੇ ਉਸੇ ਜ਼ਹਿਰ ਦੇ ਵਿੱਚੋਂ ਦਵਾਈ ਬਣ ਜਾਂਦੀ ਜੇ ਸਹੀ ਤਰੀਕੇ ਨਾਲ ਵਰਤੀ ਜਾਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਚੀਜ਼ਾਂ ਦਵਾਈ ਵਜੋਂ ਵਰਤੀਆਂ ਜਾਂਦੀਆਂ ਸਨ, ਸੂਰਮਿਆਂ ਦਾ ਉਤਸ਼ਾਹ ਵਧਾਉਂਦੀਆਂ ਸਨ। ਅੱਜ ਕੱਲ੍ਹ ਅਮਲੀ ਲੋਕ ਖਾ ਕੇ ਮੂੰਹ 'ਚ ਮੱਖੀਆਂ ਪੈਂਦੀਆਂ ਰਹਿੰਦੀਆਂ, ਡਿੱਗੇ ਰਹਿੰਦੇ ਆ, ਉਹਨਾਂ ਦੀ ਵਾਰਤਾ ਹੋਰ ਹੈ। ਇਸ ਕਰਕੇ ਸ਼ੰਕਾ ਨਹੀਂ ਕਰਨਾ ਆਪਣੇ ਗ੍ਰੰਥਾਂ ਦੇ ਉੱਤੇ। ਜਿੰਨੇ ਵੀ ਆਪਣੇ ਪੁਰਾਤਨ ਗ੍ਰੰਥ ਨੇ ਉਹਨਾਂ ਵਿੱਚ ਇਹ ਬਚਨ ਆਉਂਦੇ ਹਨ।
ਨਿੰਦਕ ਲੋਕ ਨਿੰਦਾ ਕਰਦੇ ਹਨ। ਅਸਲ ਵਿੱਚ ਜਦੋਂ ਅੰਗਰੇਜ਼ਾਂ ਨੇ ਸਾਧ ਸੰਗਤ ਜੀ ਪੰਜਾਬ ਹਿੰਦੁਸਤਾਨ ਤੇ ਕਬਜ਼ਾ ਕੀਤਾ, ਉਹਨਾਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਸੀ, ਐਲੋਪੈਥੀ ਕੰਪਨੀਆਂ ਖੋਲ੍ਹਣੀਆਂ ਸਨ, ਤੇ ਆਹ ਜਿਹੜੀਆਂ ਦੇਸੀ ਦਵਾਈਆਂ ਪਿੰਡਾਂ ਘਰਾਂ 'ਚ ਹੁੰਦੀਆਂ ਸੀ, ਆਯੁਰਵੈਦਿਕ ਦਵਾਈਆਂ, ਇਹਨਾਂ ਨੂੰ ਬੰਦ ਕਰਵਾਉਣਾ ਸੀ। ਇਸ ਕਰਕੇ ਉਹਨਾਂ ਨੇ ਇਹ ਸਭ ਤੋਂ ਜਿਹੜੀ ਛੇਤੀ ਅਸਰ ਕਰਨ ਵਾਲੀ ਦਵਾਈ ਸੀ, ਜਿਵੇਂ ਅੱਜ ਕੱਲ੍ਹ ਕੋਈ ਗੋਲੀ ਖਾਈਏ ਮਹੀਨਾ ਖਾਂਦੇ ਰਹੀਏ ਤਾਂ ਅਸਰ ਹੁੰਦਾ, ਤੇ ਕਈ ਵਾਰੀ ਕੋਈ ਇਹੋ ਜਿਹਾ ਐਮਰਜੈਂਸੀ ਹੁੰਦੀ ਵੀ ਨਾਲ ਦੀ ਨਾਲ ਬੰਦਾ ਚਾਹੁੰਦਾ ਮੇਰਾ ਦਰਦ ਠੀਕ ਹੋਵੇ, ਮੇਰੇ ਕੋਲੋਂ ਇੰਨਾ ਸਮਾਂ ਨਹੀਂ ਉਡੀਕਿਆ ਜਾਣਾ, ਉਹਦੇ ਲਈ ਫਿਰ ਇਹ ਸ਼ਤਰ ਧਾਰਾ ਹੋ ਗਿਆ, ਦੇਗ ਹੋ ਗਈ, ਇਹ ਹੋਇਆ ਕਰਦਾ ਸੀ। ਜੇ ਕਿਸੇ ਦਾ ਆਪਰੇਸ਼ਨ ਕਰਨਾ, ਚੀਰ ਫਾੜ ਕਰਨੀ, ਉਹਨੂੰ ਦੇਗ ਛਕਾ ਦਿੰਦੇ ਸਨ, ਤੇ ਉਹਦਾ ਫਿਰ ਹੱਡੀ ਹੁੱਡੀ ਟੁੱਟੀ ਹੋਵੇ ਜੋੜ ਬੰਨ੍ਹ ਦਿੰਦੇ ਸਨ, ਉਹਨੂੰ ਪੀੜ ਨਹੀਂ ਸੀ ਹੁੰਦੀ। ਇਸ ਕਰਕੇ ਸਤਿਗੁਰੂ ਜੀ ਆਪਣੇ ਖਜ਼ਾਨੇ 'ਚ ਵਸਤੂਆਂ ਰੱਖਿਆ ਕਰਦੇ ਸਨ, ਅਮਲੀਆਂ ਦੀ ਤਰ੍ਹਾਂ ਨਹੀਂ ਬਲਕਿ ਕਿ ਵੈਦਾਂ ਦੇ ਡਾਕਟਰਾਂ ਦੀ ਤਰ੍ਹਾਂ। ਹਾਂਜੀ, ਆਨੋ ਇਹ ਨਿਕਾਸ ਕਰ ਜਿਸ ਅਮਲ ਕਰਾਰਾ। ਮਹਾਰਾਜ ਕਹਿੰਦੇ ਇਹੋ ਜਿਹੀ ਦੇਗ ਕੱਢ ਕੇ ਲਿਆਓ, ਇਹੋ ਜਿਹਾ ਛਤਰ ਤਾਰਾ ਲਿਆਓ ਜਿਹੜਾ ਬੜਾ ਤੇਜ਼ ਕਰਾਰਾ ਹੋਵੇ। ਪੋਸ਼ਪ ਢਿੱਗ ਸੇਵਕ ਗਿਓ ਸਭ ਬਾਤ ਜਨਾਈ। ਖਜ਼ਾਨਚੀ ਦੇ ਕੋਲ ਸੇਵਾਦਾਰ ਗਿਆ ਹੈ, ਉਹਨੇ ਦੱਸਿਆ ਮਹਾਰਾਜ ਸਾਹਿਬ ਜੀ ਛਤਰ ਧਾਰਾ ਮੰਗਾ ਰਹੇ ਹਨ। ਕਹਿ ਕਰ ਪਤੇ ਵਿਦੇਸ਼ ਕੇ ਤਿਸ ਛਿਨ ਨਿਕਸਾਈ। ਜਿਹੜੇ ਵਿਦੇਸ਼ ਤੋਂ ਬੜੇ ਕੀਮਤੀ ਵਧੀਆ ਕਿਸਮ ਦਾ ਛਤਰ ਧਾਰਾ ਸੀ ਉਹ ਮੰਗਵਾਇਆ ਹੈ। ਤੁਰਤ ਸਮੀਪ ਗੁਰ ਕਰ ਧਰੀ ਨਿਹਾਰੀ। ਮਹਾਰਾਜ ਦੇ ਕੋਲ ਲਿਆ ਕੇ ਰੱਖੀ ਹੈ ਤੇ ਸਾਧ ਸੰਗਤ ਜੀ ਮਹਾਰਾਜ ਨੇ ਵੇਖੀ ਹੈ। ਵੈਰੰਚਕ ਪਰਮਾਨ ਸਮ ਅੰਗਰੀਨ ਸੁਧਾਰੀ। ਤੇ ਮਹਾਰਾਜ ਨੇ 2 ਰੱਤੀ ਭਰ ਉਹਦੇ ਵਿੱਚੋਂ ਲਿਆ ਹੈ। ਗੁਲਕਾ ਕਰ ਧਰ ਧਰੀ ਲੈ ਬਹੁਤ ਕਟੋਰਾ। ਔਰ ਫਿਰ ਉਹ ਲੈ ਕੇ ਹੱਥ ਤੇ ਰੱਖੀ ਹੈ ਤੇ ਦੇਗ ਦਾ ਕਟੋਰਾ ਹੱਥ ਵਿੱਚ ਫੜਿਆ ਹੈ। ਕਰਿਓ ਪਾਨ ਸੁਖਾ ਤਵੇ ਹਿਤ ਮਾਦਕ ਜੋਰਾ। ਤੇ ਉਹ ਦੋਵਾਂ ਨੂੰ ਰਲਾ ਕੇ ਛਕਿਆ ਹੈ ਸੱਚੇ ਪਾਤਸ਼ਾਹ ਜੀ ਨੇ। ਬਾਬਾ ਖਾਏ ਅਫੀਮ ਕੋ ਪੁਨ ਸੋਚ ਇਸ਼ਨਾਨੇ। ਔਰ ਫਿਰ ਇਸ ਤਰ੍ਹਾਂ ਛਤਰ ਧਾਰਾ ਤੇ ਦੇਗ ਛਕ ਕੇ ਸੋਚ ਇਸ਼ਨਾਨ ਨੂੰ ਗਏ ਹਨ। ਸਭ ਕੇ ਲਾਗੇ ਖਾਨ ਨਿਤ ਦਿਨ ਪ੍ਰਤ ਅਧਕਾਨੇ। ਉਸ ਤੋਂ ਫਿਰ ਮਹਾਰਾਜ ਛਕਣ ਲੱਗ ਪਏ ਹਨ, ਕਿਉਂਕਿ ਜੰਗਾਂ ਵਿੱਚ ਜੋ ਰਹਿਣਾ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ, ਢਿੱਲਾ ਪਹਿਰਾ ਨਹੀਂ ਰੱਖਣਾ। ਅੱਜ ਕੱਲ੍ਹ ਜਿਹੜੇ ਸਾਡੇ ਵਰਗੇ ਢਿੱਲੇ ਪਹਿਰੇ ਵਾਲੇ ਹਨ, ਜੇ ਉਹ ਛਕਣਗੇ ਤਾਂ ਉਹਨਾਂ ਨੂੰ ਇਹ ਖਰਾਬ ਕਰੇਗੀ। ਜਿਹੜੇ ਸੂਰਮਿਆਂ ਨੂੰ ਸੂਰਮਿਆਂ ਦਾ ਅਧਿਕਾਰ ਹੈ, ਯੋਧਿਆਂ ਦਾ ਅਧਿਕਾਰ ਹੈ, ਜਿਹੜੇ ਜੰਗ ਵਿੱਚ ਮਾਰਾ ਬਕਾਰਾ ਕਰਦੇ ਹਨ, ਜਿਨ੍ਹਾਂ ਨੂੰ ਸੰਸਾਰ ਦੀ ਪ੍ਰੀਤੀ ਨਹੀਂ ਹੈ, ਇਹ ਸੰਸਾਰ ਨੂੰ ਮਿਥਿਆ ਜਾਣਿਆ ਹੈ, ਇੱਥੋਂ ਚਲੇ ਜਾਣਾ ਹੈ, ਸ਼ਹੀਦੀ ਪਾਣੀ ਹੈ, ਯੁੱਧ ਵਿੱਚ ਲੜਨਾ ਹੈ, ਉਹਨਾਂ ਵਾਸਤੇ ਇਹ ਵਸਤੂਆਂ ਹੁੰਦੀਆਂ ਨੇ। ਜਿਹੜੇ ਮਾੜੇ ਲੋਕ ਹਨ, ਪਾਪੀ ਕੁਕਰਮੀ ਲੋਕ, ਉਹ ਮਾੜੇ ਕਰਮਾਂ ਲਈ ਛਕਦੇ ਹਨ ਤਾਂ ਉਹ ਆਪੇ ਪਰਮੇਸ਼ਰ ਦੇ ਦੇਣਦਾਰ ਬਣਦੇ ਹਨ। ਇਸ ਕਰਕੇ ਮਹਾਂਪੁਰਸ਼ਾਂ ਨੂੰ ਤੇ ਸੰਸਾਰੀ ਬੰਦਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਨਹੀਂ ਦੇਖਣਾ ਚਾਹੀਦਾ। ਇਹ ਸਾਧ ਸੰਗਤ ਜੀ ਵਿਚਾਰ ਹੈ। ਜਿਹੜੇ ਦਸਮ ਦੀ ਬਾਣੀ ਤੇ ਜਾਂ ਗੁਰਪ੍ਰਤਾਪ ਸੂਰਜ ਤੇ ਜਾਂ ਹੋਰ ਪੰਥ ਪ੍ਰਕਾਸ਼, ਇਹ ਇਕੱਲਾ ਸੂਰਜ ਪ੍ਰਕਾਸ਼ ਵਿੱਚ ਹੀ ਨਹੀਂ ਆਉਂਦਾ ਪ੍ਰਸੰਗ। ਆਪਣੇ ਜਿੰਨੇ ਵੀ ਪੁਰਾਤਨ ਗ੍ਰੰਥ ਨੇ, ਗੁਰਬਿਲਾਸ, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼, ਉਹਨਾਂ ਸਾਰਿਆਂ ਵਿੱਚ ਇੱਦਾਂ ਦੇ ਪ੍ਰਸੰਗ ਆਉਂਦੇ ਹਨ। ਕਈ ਕਹਿੰਦੇ ਬਾਅਦ ਵਿੱਚ ਕਿਸੇ ਨੇ ਲਿਖ ਦਿੱਤੇ ਹਨ। ਜੇ ਬਾਅਦ ਵਿੱਚ ਲਿਖੇ ਹੁੰਦੇ, ਇੱਕ ਗ੍ਰੰਥ ਵਿੱਚ ਲਿਖਣੇ ਸੀ, 2 'ਚ ਲਿਖਣੇ ਸੀ, ਸਾਰਿਆਂ 'ਚ ਥੋੜ੍ਹਾ ਲਿਖਣੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗੀ ਖੇਡ ਸੀ, ਯੁੱਧ ਵਾਲੀ ਖੇਡ ਸੀ, ਤੇ ਯੁੱਧ ਵਾਲੀ ਖੇਡ ਦੇ ਵਿੱਚ ਇਹ ਵਸਤੂਆਂ ਚੱਲਦੀਆਂ ਹਨ। ਇਸ ਕਰਕੇ ਜਿਹੜਾ ਗੁਰੂ ਕਾ ਸਿੱਖ ਸ਼ਰਧਾਵਾਨ ਹੈ ਉਹ ਤਾਂ ਸ਼ੰਕਾ ਕਰਦਾ ਨਹੀਂ, ਤੇ ਜਿਹੜਾ ਸਾਧ ਸੰਗਤ ਜੀ ਸ਼ੰਕੇ ਜੀ ਪਿਆ ਰਹਿਣਾ ਉਹਦਾ ਕੋਈ ਇਲਾਜ ਨਹੀਂ। ਮਹਾਰਾਜ ਨੇ ਕਿਹਾ ਉਹਦਾ ਸ਼ੰਕਾ ਤੇ ਬ੍ਰਹਮਾ ਵੀ ਨਹੀਂ ਮਿਟਾ ਸਕਦਾ। ਗੁਰੂ ਕੇ ਸਿੱਖਾਂ ਨੂੰ ਤੇ ਆਪਣੇ ਗੁਰੂ ਦੀ ਹਰ ਗੱਲ ਤੇ ਸ਼ਰਧਾ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਭਾਈ ਸਾਹਿਬ ਜੀ ਲਿਖਦੇ ਹਨ ਵੀ ਗੁਰੂ ਘਰ ਵਿੱਚ ਸੂਰਬੀਰਾਂ ਵਾਸਤੇ, ਸਾਰਿਆਂ ਵਾਸਤੇ ਨਹੀਂ। ਦੇਖੋ ਭਾਈ ਸੰਤੋਖ ਸਿੰਘ ਜੀ ਨੇ ਕਥਾ ਲਿਖੀ ਹੈ, ਇਹ ਵਸਤੂਆਂ ਜਿਹੜੀਆਂ ਹਨ ਜੰਗੀ ਸਮੇਂ ਵਾਸਤੇ ਵਰਤੀਆਂ ਗਈਆਂ, ਜਾਂ 6ਵੇਂ ਪਾਤਸ਼ਾਹ ਦੇ ਸਮੇਂ ਜਾਂ 10ਵੇਂ ਪਾਤਸ਼ਾਹ ਦੇ ਸਮੇਂ। ਬਾਕੀ ਗੁਰੂ ਸਾਹਿਬਾਂ ਦੀ ਇਤਿਹਾਸ ਕਿਉਂ ਨਹੀਂ ਕਥਾ ਲਿਖ ਦਿੱਤੀ ਹੈ? ਜੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਤੇ ਆਹ ਸ਼ੰਕਾਵਾਦੀ ਲੋਕ ਇਲਜ਼ਾਮ ਲਾਉਂਦੇ ਆ ਵੀ ਉਹ ਆਪ ਛਕਦੇ ਸੀ ਤਾਂ ਗੁਰੂਆਂ ਵਾਸਤੇ ਲਿਖ ਦਿੱਤੀ। ਜੇ ਆਪ ਛਕਦੇ ਹੁੰਦੇ ਤੇ ਫਿਰ ਤੇ ਸਾਰਿਆਂ ਨੂੰ ਹੀ ਲਿਖ ਦਿੰਦੇ। ਨਹੀਂ, ਉਹ ਸਾਧੂ ਪੁਰਸ਼ ਸਨ, ਉਹ ਨਹੀਂ ਸਨ ਛਕਿਆ ਕਰਦੇ। ਉਹਦਾ ਸਿਰਫ ਜੋ ਵਾਕਿਆਤ ਅਸਲੀਅਤ ਵਿੱਚ ਵਰਤਾਰਾ ਸੀ ਉਹ ਉਹਨਾਂ ਨੇ ਲਿਖਿਆ ਹੈ, ਤੇ ਨਾਲੇ ਵੀ ਲਿਖਿਆ ਹੈ ਵੀ ਜਿਹਦਾ ਅਧਿਕਾਰ ਨਹੀਂ ਹੈ, ਜਿਹੜਾ ਗ੍ਰਸਤੀ ਹੈ, ਘਰ 'ਚ ਰਹਿੰਦਾ ਹੈ, ਕੰਮਕਾਰ ਕਰਦਾ ਹੈ, ਨਾਮ ਜਪਦਾ ਹੈ, ਜਿਹਨੇ ਜੰਗ ਯੁੱਧ ਨਹੀਂ ਕਰਨਾ ਉਹ ਇਹ ਨਾ ਛਕੇ।
ਰਹਿਤਨਾਮਿਆਂ ਵਿੱਚ ਵੀ ਭਾਈ ਸਾਹਿਬ ਨੇ ਗੁਰਪ੍ਰਤਾਪ ਸੂਰਜ ਵਿੱਚ ਵੀ ਲਿਖਿਆ, ਮਦਰਾ ਦਹਿਤਾ ਸਪਤ ਕੁਲ ਭੰਗ ਦਹਿ ਤਨ ਏਕ, ਜਗਤ ਜੂਠ ਸੋ ਕੁਲ ਦਹਿ ਨਿੰਦਾ ਦਹਿ ਅਨੇਕ। ਇਹਦਾ ਮਤਲਬ ਹੈ ਸ਼ਰਾਬ ਪੀਣ ਵਾਲੇ ਦੀਆਂ 7 ਕੁਲਾਂ ਨਾਸ ਹੋ ਜਾਂਦੀਆਂ, ਭੰਗ ਪੀਣ ਵਾਲੇ ਦਾ ਸਰੀਰ ਨਾਸ ਹੋ ਜਾਂਦਾ ਹੈ, ਜਗਤ ਜੂਠ ਤਮਾਕੂ ਪੀਣ ਵਾਲੇ ਦੀਆਂ 100 ਕੁਲਾਂ ਨਾਸ ਹੋ ਜਾਂਦੀਆਂ ਨੇ, ਤੇ ਨਿੰਦਾ ਕਰਨ ਵਾਲੇ ਦੀਆਂ ਲੱਖਾਂ ਕੁਲਾਂ ਹੀ ਨਾਸ ਹੋ ਜਾਂਦੀਆਂ ਨੇ। ਸੋ ਸਾਧ ਸੰਗਤ ਜੀ, ਜਿਹੜੇ ਅੱਜ ਨਿੰਦਾ ਕਰਦੇ ਨੇ ਉਹ ਵੀ ਹਿਸਾਬ ਲਾ ਲੈਣ ਵੀ ਅਸੀਂ ਤਾਂ ਭੰਗ ਪੀਣ ਵਾਲਿਆਂ ਤੋਂ ਵੀ ਮਾੜੇ, ਅਸੀਂ ਫੀਮਚੀਆਂ ਤੋਂ ਵੀ ਮਾੜੇ, ਅਸੀਂ ਸ਼ਰਾਬੀਆਂ ਤੋਂ ਵੀ ਮਾੜੇ, ਕਿਉਂਕਿ ਸਾਡੀਆਂ ਤੇ ਲੱਖਾਂ ਕੁਲਾਂ ਨਾਸ ਹੋ ਜਾਣੀਆਂ ਨੇ। ਨਿੰਦਾ ਨਹੀਂ ਕਰਨੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਵਰਤਾਰਾ ਹੈ। ਕਿਤਕ ਦਿਓਸ ਬੀਤੇ ਜਬੈ ਇੱਕ ਦਿਨ ਤਬ ਆਈ, ਇੱਕ ਦਿਨ ਦਾ ਬਚਨ ਹੈ, ਕੁਝ ਦਿਨ ਸਮਾਂ ਕੁਝ ਜਦੋਂ ਬੀਤ ਗਿਆ। ਪਤ ਵਰਤਾ ਜੀਤੋ ਸੁਬ੍ਰਿਤ ਲੱਜਾ ਅਧਕਾਈ। ਮਾਤਾ ਜੀਤੋ ਜੀ ਬੜੇ ਹੀ ਪਤੀ ਵਰਤਾ, ਨਾਮ ਜਪਣ ਵਾਲੀ ਆਤਮਾ, ਹਰ ਵੇਲੇ ਭਗਤੀ ਵਿੱਚ ਲੀਨ ਰਹਿਣ ਵਾਲੇ ਮਾਤਾ ਜੀ ਆਪਣੇ ਪਤੀ ਗੁਰਦੇਵ ਦੇ ਚਰਨਾਂ 'ਚ ਹਾਜ਼ਰ ਹੋਏ ਹਨ। ਪਤ ਕੋ ਪਾਏ ਇਕਾਂਤ ਮੈਂ ਕਰ ਜੋਰ ਖਰੀ ਹੈ। ਆਪਣੇ ਪਤੀ ਜੀ ਨੂੰ ਇਕਾਂਤ ਵਿੱਚ ਪਾਇਆ ਬੈਠਿਆ ਜਾਣ ਕੇ ਹੱਥ ਜੋੜ ਕੇ ਖਲੋ ਗਏ ਹਨ। ਆਪਣੀ ਖਨਤ ਅੰਗੂਠ ਪਗ ਤਹਿ ਦ੍ਰਿਸ਼ਟ ਕਰੀ ਹੈ। ਔਰ ਆਪਣੇ ਚਰਨਾਂ ਦੇ ਨਾਲ ਮਾਤਾ ਜੀ ਧਰਤੀ ਤੇ ਅੰਗੂਠਾ ਜਿਹੜਾ ਹੈ ਉਹ ਲਾ ਰਹੇ ਹਨ, ਦ੍ਰਿਸ਼ਟੀ ਨੇਤਰ ਥੱਲੇ ਕੀਤੇ ਹੋਏ ਹਨ ਲੱਜਾ ਦੇ ਸਹਿਤ। ਚਿਤ ਮੈਂ ਦ੍ਰਿੜ ਮੂਰਤ ਬਸੈ ਨਹਿ ਸਮੁਖ ਬਿਲੋਕੈ। ਮਹਾਰਾਜ ਦਾ ਸਰੂਪ ਮਾਤਾ ਜੀ ਤੋਂ ਜਿਹਦੇ ਹਿਰਦੇ 'ਚ ਵਸਦਾ ਹੈ, ਇਸ ਕਰਕੇ ਸਾਹਮਣੇ ਦਰਸ਼ਨ ਨਹੀਂ ਕਰ ਰਹੇ। ਜਿਹੜੀ ਮੂਰਤ ਬਾਹਰ ਹੈ ਉਹ ਆਪਣੇ ਹਿਰਦੇ 'ਚ ਦੇਖ ਰਹੇ ਹਨ। ਇਹ ਬੜੀ ਉੱਚ ਅਵਸਥਾ ਪਤੀ ਵਰਤਾ ਦੀ ਹੁੰਦੀ ਹੈ, ਜਿੱਥੇ ਸਾਧ ਸੰਗਤ ਜੀ ਉਹ ਆਪਣੇ ਪਤੀ ਦੇ ਸਾਹਮਣੇ ਨੇਤਰ ਨੀਵੇਂ ਕਰਕੇ ਰੱਖਦੀ ਹੈ ਔਰ ਆਪਣੇ ਪਤੀ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਵੇਖ ਰਹੀ ਹੁੰਦੀ ਹੈ। ਧੰਨ ਮਾਤਾ ਜੀਤੋ ਜੀ ਇਸ ਤਰ੍ਹਾਂ ਆਪਣੇ ਪਤੀ ਦੇਵ ਸਤਿਗੁਰੂ ਸਾਹਿਬ ਕਲਗੀਧਰ ਜੀ ਮਹਾਰਾਜ ਦੇ ਸੂਖਮ ਸਰੂਪ ਦੇ ਦਰਸ਼ਨ ਕਰ ਰਹੀ ਹੈ। ਐਜ ਪ੍ਰੇਮ ਕੀ ਏਕ ਦਿਸ ਦੂਜੇ ਲਜ ਰੋਕੈ। ਆਹਾ, ਇੱਕ ਪਾਸੇ ਤੇ ਪ੍ਰੇਮ ਦੀ ਖਿੱਚ ਹੈ ਤੇ ਦੂਜੇ ਪਾਸੇ ਲੱਜਾ ਉਹ ਰੋਕ ਰਹੀ ਹੈ। ਵੱਡ ਭਾਗਣ ਜਗ ਮਾਤ ਇਮ ਗੁਰ ਕੀ ਪਟਰਾਣੀ। ਆਹਾ, ਵੱਡ ਭਾਗਣ ਵੱਡੇ ਭਾਗਾਂ ਵਾਲੀ ਜਗ ਮਾਤ ਸਾਰੀ ਦੁਨੀਆ ਦੀ ਮਾਂ ਮਾਤਾ ਜੀਤੋ ਤੇ ਗੁਰੂ ਦੀ ਪਟਰਾਣੀ ਹੈ। ਭਾਵ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ, ਬਾਅਦ ਵਿੱਚ ਮਾਤਾ ਸੁੰਦਰੀ ਜੀ ਨਾਲ ਹੋਇਆ। ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਬਾਅਦ ਵਿੱਚ ਹੋਇਆ ਤੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਪਹਿਲਾਂ ਹੋਇਆ ਬਾਬਾ ਜੀਤ ਸਿੰਘ। ਇਹ ਮਹਾਰਾਜ ਦੀ ਵੱਡੀ ਪਟਰਾਣੀ ਮਾਤਾ ਜੀਤੋ ਖੜੀ ਹੈ। ਮ੍ਰਿਦਲ ਸੁਸ਼ੀਲਾ ਗੁਣ ਨਿੰਦਾ ਸੁਭ ਮਤ ਮੈਂ ਸਿਆਣੀ। ਕਵੀ ਜੀ ਕਹਿੰਦੇ ਬੜਾ ਕੋਮਲ ਸੁਭਾਅ ਹੈ, ਸੁਸ਼ੀਲ ਸੁਭਾਅ ਹੈ, ਗੁਣ ਨਿਦਾ। ਮਾਤਾ ਜੀ ਗੁਣਾਂ ਦੇ ਖਜ਼ਾਨੇ ਹਨ, ਹਰ ਪੱਖ ਤੋਂ ਪੂਰੇ ਹਨ। ਪ੍ਰਭੂ ਕਿਰਪਾਲ ਬਿਲੋਕਕਾਰ ਥਿਰ ਨਿਮਰ ਬਿਸਾਲਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਤਰਜਾਮੀ ਹਨ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਨੇ ਮਾਤਾ ਜੀ ਵੱਲ ਵੇਖਿਆ ਹੈ। ਜਾਨ ਕਾਮਨਾ ਮਾਨ ਮਨ ਬੋਲੇ ਤਿਸ ਕਾਲਾ। ਆਪਣੀ ਧਰਮ ਪਤਨੀ ਦੀ ਕਾਮਨਾ ਨੂੰ ਜਾਣ ਗਏ ਹਨ, ਉਹਨਾਂ ਦੇ ਮਨ ਦੀ ਇੱਛਾ ਨੂੰ ਜਾਣ ਗਏ ਹਨ ਤੇ ਸਤਿਗੁਰੂ ਕਲਗੀਧਰ ਮਾਤਾ ਜੀਤੋ ਜੀ ਨੂੰ ਮੁਖਾਤਬ ਹੋ ਕੇ ਇਉਂ ਬੋਲੇ ਹਨ। ਘਰ ਵਾਲਨ ਕੀ ਸੁਧ ਕਹਾਂ ਅਬਲਾਖਾ ਕੋ ਹੈ। ਮਹਾਰਾਜ ਕਹਿੰਦੇ ਘਰ ਵਾਲਿਆਂ ਦਾ ਕੀ ਹਾਲ ਹੈ, ਕੀ ਇੱਛਾ ਹੈ, ਕੀ ਮਨ ਵਿੱਚ ਵਾਸਨਾ ਲੈ ਕੇ ਆਏ ਹੋ। ਮਨੋਰਥ ਆਪ ਨੂੰ ਅਬ ਬਾਛਤ ਜੋ ਹੈ। ਮਹਾਰਾਜ ਕਹਿੰਦੇ ਜੀਤੋ ਜੀ ਮਨ ਵਿੱਚ ਜੋ ਵੀ ਮਨੋਰਥ ਹੈ ਨਾ ਉਹ ਮੰਗ ਲਓ, ਜੋ ਵੀ ਇੱਛਾ ਹੈ ਉਹ ਕਹਿ ਦਿਓ, ਤੁਹਾਡੀ ਇੱਛਾ ਪੂਰੀ ਹੋਵੇਗੀ। ਜਿਸ ਹਿਤਕਾਰ ਆਗਮਨ ਕੋ ਥਿਰ ਭਈ ਸਲਾਜਾ। ਜਿਹਦੇ ਵਾਸਤੇ ਆਏ ਹੋ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਲੱਜਾ ਸਹਿਤ ਖੜੇ ਹੋ, ਕਹਿੰਦੇ ਕਿਉਂ ਨਹੀਂ। ਕਹੋ ਸੁਮਦ ਮੇ ਬਾਰਤਾ ਜਿਸ ਬਿਦ ਕੋ ਕਾਜਾ। ਮਹਾਰਾਜ ਕਹਿੰਦੇ ਹੈ ਜੀਤੋ ਜੀ ਜਿਹੜਾ ਵੀ ਤੁਹਾਡਾ ਮਨ ਦਾ ਮਨੋਰਥ ਹੈ ਨਿਸ਼ੰਕ ਹੋ ਕੇ ਕਹਿ ਦਿਓ, ਲੱਜਾ ਨਾ ਕਰੋ। ਹਾਥ ਬੰਦ ਬੰਦਤ ਬੰਦਤ ਪ੍ਰਭ ਅੰਤਰਜਾਮੀ। ਤੇ ਹੱਥ ਜੋੜ ਕੇ ਸਿਰ ਝੁਕਾ ਕੇ ਮਾਤਾ ਜੀਤੋ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਹੋ, ਵਿਣ ਬੋਲਿਆ ਸਭ ਕੁਝ ਜਾਣਦਾ, ਕਿਸੇ ਆਗਾ ਕੀਚਾ ਅਰਦਾਸ। ਮਹਾਰਾਜ ਆਪ ਜੀ ਨੂੰ
ਬਿਨਾਂ ਦੱਸਿਆਂ ਹੀ ਪਤਾ ਹੈ। ਜਗਤ ਗੁਰੂ ਜਾਨੂ ਸਕਲ ਘਟ ਘਟ ਕੇ ਸੁਆਮੀ। ਆਪ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਘਟ ਘਟ ਦੇ ਸੁਆਮੀ ਹੋ, ਸਾਰੇ ਜਗਤ ਦੇ ਗੁਰੂ ਹੋ। ਭਲਾ ਆਪ ਜੀ ਤੋਂ ਕੀ ਲੁਕਿਆ ਛਿਪਿਆ ਹੈ, ਆਪ ਜੀ ਜਾਣੀ ਜਾਣ ਹੋ। ਚਾਰੋ ਚਕਨ ਸੰਗਤਾਂ ਚਾਹਤ ਚਿਤ ਪਾਵੈ। ਆਪ ਜੀ ਦੇ ਦਰ ਤੋਂ ਲੱਖਾਂ ਸੰਗਤਾਂ ਚਾਰ ਕੁੰਡ ਤੋਂ ਆ ਕੇ ਮਨ ਭਾਉਂਦੇ ਪਦਾਰਥ ਪ੍ਰਾਪਤ ਕਰਦੀਆਂ ਨੇ। ਜੋ ਕੋਈ ਮੰਗਦਾ ਉਹੀ ਮਿਲ ਜਾਂਦਾ ਹੈ। ਸਾਗਰਤ ਅਵਨੀ ਜਿਤ ਕਤ ਮਚਰਨ ਮਨ ਮਨਾਵੈ। ਸਾਗਰ ਤੋਂ ਲੈ ਕੇ ਧਰਤੀ ਤੱਕ ਜਿੰਨੀ ਵੀ ਧਰਤੀ ਹੈ ਉੱਥੇ ਤੱਕ ਮਹਾਰਾਜ ਆਪ ਜੀ ਦੇ ਤੁਮ ਚਰਨ ਮਨਾਵੈ। ਤੁਹਾਡੇ ਚਰਨਾਂ ਨੂੰ ਮਨਾਉਂਦੇ ਨੇ, ਤੁਹਾਡੇ ਚਰਨਾਂ ਦੀ ਪੂਜਾ ਕਰਦੇ ਨੇ। ਪੁਰਵੋ ਸਭ ਕੀ ਕਾਮਨਾ ਨਹਿ ਊਨ ਖਜ਼ਾਨਾ। ਮਹਾਰਾਜ ਸਭ ਦੀ ਕਾਮਨਾ ਪੂਰੀ ਕਰਦੇ ਹੋ, ਸਭ ਨੂੰ ਦਾਨ ਦਿੰਦੇ ਹੋ ਤੇ ਤੁਹਾਡਾ ਖਜ਼ਾਨਾ ਖਾਲੀ ਨਹੀਂ ਹੁੰਦਾ। ਤੁਹਾਡੇ ਖਜ਼ਾਨੇ ਅਖੁੱਟ ਹਨ ਮਹਾਰਾਜ। ਹਰ ਅੰਮ੍ਰਿਤ ਭਗਤ ਭੰਡਾਰ ਹੈ। ਗੁਰ ਸਤਿਗੁਰ ਪਾਸੇ RAM ਰਾਜੇ। ਗੁਰ ਸਤਿਗੁਰ ਸੱਚਾ ਸਾਹੋ ਹੈ। ਸਿੱਖ ਦੇ ਹਰ ਰਾਸੇ। ਧਨ ਧਨ ਵਣਜਾਰਾ ਵਣਜ ਹੈ। ਗੁਰ ਸ਼ਾਹੋ ਸਬਾਸੇ। ਜਨ ਨਾਨਕ ਗੁਰ ਤਿਨ ਪਾਇਆ। ਜਿਨ ਤੁਰ ਲਿਖਤ ਲਿਲਾਟ ਲਿਖਾਸੇ। ਆਪ ਜੀ ਦੇ ਖਜ਼ਾਨੇ ਅਖੁੱਟ ਹਨ ਸਤਿਗੁਰੂ ਜੀ। ਏਰੋ ਜਸ ਜਸ ਭਾਵਨਾ ਦੇਹੁ ਫਲ ਤਿਮ ਨਾਨਾ। ਜੈਸੀ ਜੈਸੀ ਸਿੱਖਾਂ ਦੀ ਭਾਵਨਾ ਵੇਖਦੇ ਹੋ ਵੈਸਾ ਵੈਸਾ ਫਲ ਦਿੰਦੇ ਹੋ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਤ੍ਰਿਆ ਸ਼ਰੀਰ ਕੀ ਮਤ ਗਤੀ ਜਿਮ ਹੋਏ ਤਿਮ ਜਾਨੂ। ਤੇ ਮਹਾਰਾਜ ਇਸਤਰੀ ਦੇ ਸਰੀਰ ਦੀ ਮਤੀ ਔਰ ਗਤੀ ਕੈਸੀ ਹੁੰਦੀ ਹੈ ਇਹ ਆਪ ਜਾਣਦੇ ਹੋ। ਇਸਤਰੀ ਨੂੰ ਕੀ ਚਾਹੀਦਾ ਹੈ ਉਹ ਆਪ ਜਾਣਦੇ ਹੋ। ਤੁਮ ਤੇ ਸੁਤ ਸਪਤਨ ਲਿਓ ਦੁਤਵਾਨ ਮਹਾਨੋ। ਮਹਾਰਾਜ ਮੇਰੀ ਦੂਜੀ ਭੈਣ ਸੁੰਦਰੀ ਜੀ ਨੇ ਤੁਹਾਡੇ ਤੋਂ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਹੈ। ਤੁਹਾਡਾ ਲਾਲ ਅਜੀਤ ਸਿੰਘ ਤੁਹਾਡੀ ਗੋਦ 'ਚ ਖੇਡ ਰਿਹਾ ਹੈ। ਮੈਂ ਵੀ ਚਾਹੁੰਦੀ ਹਾਂ ਮੇਰੀ ਵੀ ਕੁੱਖ ਨੂੰ ਭਾਗ ਲੱਗੇ ਤੇ ਮੇਰੀ ਕੁੱਖ ਤੋਂ ਵੀ ਵੀਰ ਬਹਾਦਰ ਯੋਧਾ ਪੁੱਤਰ ਪੈਦਾ ਹੋਵੇ। ਬਿਨ ਨੰਦਨ ਆਨੰਦ ਨਹਿ ਘਰ ਸੁਨ ਸਮਾਨਾ। ਬਿਨਾਂ ਪੁੱਤਰ ਦੇ ਘਰ ਵਿੱਚ ਖੁਸ਼ੀ ਨਹੀਂ ਹੁੰਦੀ, ਘਰ ਸੁੰਨ ਸਮਾਨ ਰਹਿੰਦਾ ਹੈ। ਜਦੋਂ ਮੇਰੀ ਗੋਦ 'ਚ ਲਾਲ ਖੇਡੇਗਾ ਤੇ ਮੇਰਾ ਮਨ ਖੁਸ਼ ਹੋ ਜਾਵੇਗਾ। ਦੀਪਕ ਜਦਾ ਪ੍ਰਕਾਸ਼ ਕਰ ਤਿਮ ਕਹਿ ਮਤਵਾਨਾ। ਆਹ ਜਿਵੇਂ ਦੀਵਾ ਬਾਲ ਕੇ ਹਨੇਰਾ ਦੂਰ ਹੋ ਜਾਂਦਾ ਹੈ। ਮਹਾਰਾਜ ਮੇਰੀ ਕੁੱਖ ਵਿੱਚ ਵੀ ਕੁੱਲ ਦੀਪਕ ਪ੍ਰਗਟ ਹੋਵੇ। ਜਿਹਨੂੰ ਵੇਖ ਵੇਖ ਕੇ ਮੈਂ ਜੀਵਾਂ, ਮੇਰਾ ਵੀ ਕੋਈ ਪੁੱਤਰ ਹੋਵੇ। ਭੂਖਨ ਕਰੇ ਪ੍ਰਕਾਸ਼ ਦੇਨ ਸਭ ਜਗ ਸੁਖ ਪਾਵੈ। ਜਿਵੇਂ ਸੂਰਜ ਚੜ੍ਹਦਾ ਹੈ ਪ੍ਰਕਾਸ਼ ਕਰਦਾ ਹੈ ਸਾਰੇ ਸੰਸਾਰ ਨੂੰ ਸੁਖ ਮਿਲਦਾ ਹੈ। ਸੂਰਜ ਚੜ੍ਹਦਾ ਅੰਧੇਰਾ ਮਿਟ ਜਾਂਦਾ ਹੈ। ਤੇ ਮਹਾਰਾਜ ਆਪ ਜੀ ਕਿਰਪਾ ਕਰੋ ਮੇਰੇ ਘਰ ਪੁੱਤਰ ਰੂਪੀ ਸੂਰਜ ਪੈਦਾ ਕਰੋ। ਜਿਸ ਕਾ ਦੀਪਕ ਚੰਦ ਹੈ ਤਮ ਦੁਖ ਨਸਾਵੈ। ਤੇ ਰਾਤ ਦਾ ਦੀਵਾ ਚੰਦਰਮਾ ਹੈ ਉਹ ਵੀ ਹਨੇਰੇ ਨੂੰ ਦੂਰ ਕਰਦਾ ਹੈ। ਭਾਖਿਓ ਕਿਰਪਾ ਨਿਧਾਨ ਕਰ ਸਿੱਖ ਸੰਤਨ ਸੇਵਾ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜੀਤੋ ਜੀ ਜੇ ਪੁੱਤਰ ਦੀ ਦਾਤ ਲੈਣੀ ਹੈ ਤੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰੋ। ਸੰਗਤ ਦੇ ਝੂਠੇ ਭਾਂਡੇ ਮਾਂਜਿਆ ਕਰੋ। ਗੁਰੂ ਦੇ ਸਿੱਖਾਂ ਨੂੰ ਪ੍ਰਸ਼ਾਦਾ ਬਣਾ ਕੇ ਛਕਾਇਆ ਕਰੋ। ਸੰਤਾਂ ਗੁਰਸਿੱਖਾਂ ਭਗਤਾਂ ਦੀ ਸੇਵਾ ਕਰਿਆ ਕਰੋ। ਜੋ ਵੀ ਮਿਲਣਾ ਗੁਰੂ ਕੇ ਸਿੱਖਾਂ ਦੀ ਸੇਵਾ ਚੋਂ ਮਿਲਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਦੇ ਸਕਦੇ ਸਨ। ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਪਰ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਜਾਂਚ ਸਿਖਾਣੀ ਸੀ ਵੀ ਸਿੱਖਾਂ ਕੋਲ ਕਿੰਨੀ ਤਾਕਤ ਹੈ। ਸਿੱਖਾਂ ਕੋਲੋਂ ਅਰਦਾਸ ਕਰਾਓ, ਸਿੱਖਾਂ ਦੀ ਸੇਵਾ ਕਰੋ। ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਿਆ ਤੇ ਮਾਤਾ ਜੀ ਜਾ ਕੇ ਵਰ ਲੈ ਕੇ ਆਏ ਤੇ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਅੱਜ ਮਹਾਰਾਜ 10ਵੇਂ ਪਾਤਸ਼ਾਹ ਆਪਣੀ ਧਰਮ ਪਤਨੀ ਜੀ ਨੂੰ ਕਹਿ ਰਹੇ ਮਾਤਾ ਜੀਤੋ ਜੀ ਨੂੰ ਕਿ ਜੋ ਵੀ ਮਿਲਦਾ ਹੈ ਗੁਰੂ ਕੀ ਸੰਗਤ ਵਿੱਚੋਂ ਮਿਲਦਾ ਹੈ। ਸਿੱਖਾਂ ਦੀ ਸੇਵਾ ਕਰਿਆ ਕਰ। ਭੋਜਨ ਨਾਨਾ ਭਾਂਤ ਕੇ ਦੇ ਬਿਨ ਅਹਮੇਵਾ। ਨਾਨਾ ਪ੍ਰਕਾਰ ਦੇ ਭੋਜਨ ਬਣਾ ਕੇ ਖੀਰ ਕੜਾਹ ਪੂੜੀਆਂ ਦਾਲਾਂ ਸਬਜ਼ੀਆਂ ਵਧੀਆ ਤੋਂ ਵਧੀਆ
ਸੰਗਤ ਨੂੰ ਛਕਾਇਆ ਕਰ। ਪ੍ਰਾਪਤ ਹੋਏ ਸਭ ਕਾਮਨਾ ਸਤ ਸੰਗਤ ਪਾਸੀ। ਆਹਾ, ਸਤਿਗੁਰੂ ਕਹਿੰਦੇ ਸੰਗਤ ਤੋਂ ਸਭ ਕੁਝ ਮਿਲਦਾ ਹੈ। ਪ੍ਰਾਪਤ ਹੋਏ ਸਭ ਕਾਮਨਾ, ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸੰਗਤ ਦੇ ਕੋਲੋਂ। ਜੋ ਵੀ ਮੰਗੋਗੇ ਸਿੱਖਾਂ ਦੀ ਸੇਵਾ ਜੋ ਮਿਲੇਗਾ। ਸਾਧ ਸੰਗਤ ਜੀ, ਅੱਜ ਜਿੰਨੀ ਵੀ ਸੰਗਤ ਦੇਸ਼ ਵਿਦੇਸ਼ ਕਥਾ ਸੁਣ ਰਹੀ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਿਛਲੇ 20-30 ਸਾਲ ਬੜਾ ਇਹੋ ਜਿਹਾ ਵਰਤਾਰਾ ਵਰਤ ਗਿਆ ਕਿ ਸ਼ਰਧਾ ਭਾਵਨਾ ਘਟਦੀ ਜਾ ਰਹੀ ਹੈ। ਘਰ ਵਿੱਚ 5 ਸਿੰਘਾਂ ਨੂੰ ਲਿਆਣਾ, ਹੱਥ ਧੁਆਣੇ, ਪ੍ਰਸ਼ਾਦਾ ਛਕਾਉਣਾ, ਬਹੁਤਾ ਨਹੀਂ ਤੇ ਸਾਲ ਵਿੱਚ 2-4 ਵਾਰੀ ਤਾਂ ਜ਼ਰੂਰ ਗੁਰਸਿੱਖ ਕਰਿਆ ਕਰਦੇ ਸੀ। ਕਈ ਤਾਂ ਹਰ ਮਹੀਨੇ ਕਰਦੇ ਸੀ, ਕਈ ਹਰ ਹਫ਼ਤੇ ਕਰਦੇ ਸੀ। ਕਲਯੁਗ ਦਾ ਪਹਿਰਾ ਐਸਾ ਵਰਤਿਆ, ਇਹ ਮਰਜ਼ਾਦਾ ਹੀ ਅਲੋਪ ਹੁੰਦੀ ਜਾ ਰਹੀ ਹੈ। ਘਰਾਂ ਵਿੱਚ ਸਿੱਖਾਂ ਨੂੰ ਲਿਆ ਕੇ ਪ੍ਰਸ਼ਾਦਾ ਛਕਾਓ, ਸੇਵਾ ਕਰੋ, ਅਰਦਾਸ ਕਰਾਓ, ਜੋ ਵੀ ਮੰਗੋਗੇ ਮਿਲੇਗਾ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਆਪਣੀ ਧਰਮ ਪਤਨੀ ਮਾਤਾ ਜੀਤੋ ਜੀ ਨੂੰ ਕਹਿ ਰਹੇ ਹਨ। ਲਹੈ ਆਨੰਦ ਜੁਗ ਲੋਕ ਕੋ ਜੇ ਕਰਹਿ ਹੁਲਾਸੀ। ਮਹਾਰਾਜ ਕਹਿੰਦੇ, ਹੇ ਜੀਤੋ ਜੀ, ਜੇ ਖੁਸ਼ੀ ਨਾਲ ਸੰਗਤ ਦੀ ਸੇਵਾ ਕਰੋਗੇ, ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਾਓਗੇ ਤਾਂ ਲੋਕ ਤੇ ਪਰਲੋਕ ਦੇ ਸੁੱਖ ਮਿਲਣਗੇ। ਸੁਨ ਕਰ ਮਾਨਿਓ ਹੁਕਮ ਕੋ ਕਰ ਨਮੋ ਸਿਧਾਰੀ। ਮਾਤਾ ਜੀਤੋ ਜੀ ਮਹਾਰਾਜ ਦਾ ਹੁਕਮ ਸੁਣ ਕੇ ਬੜੇ ਪ੍ਰਸੰਨ ਹੋਏ, ਨਮਸਕਾਰ ਕਰਕੇ ਚਰਨਾਂ ਤੇ ਚਲੇ ਗਏ। ਹਿਤ ਆਹਾਰ ਬਹੁ ਭਾਂਤ ਕੇ ਕਰਵਾਇਸ ਤਿਆਰੀ। ਤੇ ਲੰਗਰ ਦੀ ਤਿਆਰੀ ਕਰਾਉਣ ਲੱਗੇ ਉਸੇ ਵੇਲੇ ਹੀ। ਕੱਲ ਤੇ ਨਹੀਂ ਛੱਡੀ ਗੱਲ। ਉਸੇ ਵੇਲੇ ਜਾ ਕੇ ਰਸੋਈ ਦੇ ਵਿੱਚ ਦਾਸੀਆਂ ਨੂੰ ਕਿਹਾ ਵੀ ਮੇਰੇ ਨਾਲ ਲੱਗੋ ਤੇ ਆਹ ਕੰਮ ਕਰੋ। ਕੋਈ ਖੀਰ ਬਣਾਉਣੀ ਹੈ, ਕੜਾਹ ਪ੍ਰਸ਼ਾਦ ਬਣਾਉਣਾ, ਦਾਲਾਂ ਸਬਜ਼ੀਆਂ, ਰਾਇਤੇ, ਦਹੀਂ ਪਕੌੜੇ, ਇੱਦਾਂ ਦੇ ਵਧੀਆ ਵਧੀਆ ਜਿਹੜੇ ਛਕ ਕੇ ਮਨ ਪ੍ਰਸੰਨ ਹੋਵੇ ਸੰਗਤ ਦਾ, ਇਹੋ ਜਿਹੇ ਭੋਜਨ ਤਿਆਰ ਕਰਵਾਏ ਹਨ। ਅਥਿਤ ਸੰਤ ਸਿੱਖ ਜੇ ਹੁਤੇ ਤਿਨ ਕੋ ਤ੍ਰਿਪਤਾਵੈ। ਜਿਹੜੇ ਅਤਿਥੀ ਸਨ, ਗੁਰੂ ਘਰ ਆਏ ਹੋਏ ਸਿੱਖ ਸਨ, ਸੰਤ ਸਨ, ਸਾਧੂ ਸਨ, ਭਿਅੰਗਮ ਸਨ, ਮਾਤਾ ਉਹਨਾਂ ਨੂੰ ਲੰਗਰ ਛਕਾਉਂਦੀ ਹੈ। ਮਨ ਮੈਂ ਧਰ ਸੁਤ ਕਾਮਨਾ ਸਤਿਗੁਰੂ ਰਿਝਾਵੈ। ਮਨ ਵਿੱਚ ਪੁੱਤਰ ਦੀ ਕਾਮਨਾ ਲੈ ਕੇ ਗੁਰੂ ਸਾਹਿਬ ਨੂੰ ਖੁਸ਼ ਕਰਨ ਦੇ ਲਈ ਸੇਵਾ 'ਚ ਜੁਟ ਗਈ ਹੈ ਮਾਤਾ ਜੀਤੋ ਜੀ। ਨਿਤ ਨਵੀਨ ਅਨਵਾਏ ਕਰ ਤਿਨ ਚਰਨ ਪਖਾਰੈ। ਔਰ ਨਿਤ ਜਲ ਲਿਆ ਕੇ ਉਹ ਗੁਰੂ ਕੇ ਸਿੱਖਾਂ ਦੇ ਚਰਨ ਧਵਾਉਂਦੀ ਹੈ। ਆਹਾ, ਕਹਿੰਦੀ ਭਾਵਨਾ ਨਾਲ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਇਹਦਾ ਮਾਤਾ ਜੀ ਸੇਵਾ ਕਰਦੇ ਹਨ। ਕਰ ਬਿਜਨਾ ਹੱਥ ਮੈਂ ਸੁਖ ਪੌਣ ਚੁਲਾਰੇ। ਹੱਥ ਦੇ ਵਿੱਚ ਪੱਖਾ ਲੈ ਕੇ ਮਾਤਾ ਜੀਤੋ ਜੀ ਚਲਾਉਂਦੇ ਹਨ। ਆਦਿਕ ਸੇਵਾ ਅਧਿਕ ਕੀਏ ਜੀਤੋ ਰਾਣੀ। ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੀ ਤੇ ਪੱਖਾ ਲੈ ਕੇ ਕੋਲ ਖੜੀ ਰਹਿੰਦੀ, ਪੱਖਾ ਝੱਲਦੀ ਹੈ। ਆਪ ਪ੍ਰਸ਼ਾਦਾ ਆਪਣੇ ਹੱਥੀਂ ਤਿਆਰ ਕਰਕੇ ਮਹਾਰਾਜ ਨੂੰ ਛਕਾਉਂਦੇ ਨੇ ਮਾਤਾ ਜੀ। ਏਦਾਂ ਮਾਤਾ ਜੀਤੋ ਰਾਣੀ, ਧੰਨ ਮਾਤਾ ਰਾਣੀਆਂ ਦੀ ਰਾਣੀ, ਮਹਾਰਾਣੀਆਂ ਦੀ ਮਹਾਰਾਣੀ, ਪਾਤਸ਼ਾਹ ਮਹਾਰਾਜਿਆਂ ਦੀ ਮਹਾਰਾਣੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧਰਮ ਪਤਨੀ ਮਾਤਾ ਜੀਤੋ ਜੀ ਸੇਵਾ ਕਰਦੇ ਹਨ। ਪ੍ਰਭ ਮਨ ਪਰਮ ਪ੍ਰਸੰਨ ਭੇ ਸਗਰੇ ਸੁਖਦਾਨੀ। ਮਹਾਰਾਜ ਬੜੇ ਪ੍ਰਸੰਨ ਹੋਏ ਹਨ, ਸੁੱਖਾਂ ਦੇ ਦਾਤੇ ਬੜੇ ਦਇਆ ਦੇ ਘਰ ਵਿੱਚ ਆਏ ਹਨ। ਬਿਤਿਓ ਆਦਿਤਵਾਰ ਜਬ ਨਿਸ ਬਿਖੈ ਗੁਸਾਈ। ਆਹਾ, ਜਦੋਂ ਐਤਵਾਰ ਦਾ ਦਿਨ ਬੀਤਿਆ ਹੈ, ਰਾਤਰੀ ਦੇ ਸਮੇਂ ਸਤਿਗੁਰੂ ਜੀ ਮਹਿਲਾਂ 'ਚ ਆਏ ਹਨ। ਬਸੇ ਮਹਿਲ ਹਿਤ ਪੁੱਤਰ ਕੇ ਬਸ ਪ੍ਰੇਮ ਸਦਾਈ। ਮਾਤਾ ਜੀਤੋ ਜੀ ਦੇ ਪ੍ਰੇਮ ਵਿੱਚ ਵਸ ਕੇ ਸੱਚੇ ਪਾਤਸ਼ਾਹ ਜੀ ਰਾਤ ਨੂੰ ਮਾਤਾ ਜੀਤੋ ਜੀ ਦੇ ਮਹਿਲਾਂ 'ਚ ਨਿਵਾਸ ਕੀਤਾ ਹੈ। ਜੀਤੋ ਕੀ ਕਾਮਨਾ ਤਬ ਪੂਰਨ ਕੀਨੀ। ਮਾਤਾ ਜੀਤੋ ਜੀ ਦੀ ਕਾਮਨਾ ਪੂਰਨ ਕੀਤੀ ਹੈ। ਧਰਿਓ ਗਰਭ ਹਰਖਤ ਭਈ ਪਤ ਸੇਵ ਪ੍ਰਬੀਨੀ। ਪਤੀ ਦੀ ਸੇਵਾ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੋਂ ਮਾਤਾ ਜੀਤੋ ਜੀ ਗਰਭਵਤੀ ਹੋਏ ਹਨ। ਭਾਗਨ ਅਨੁਰਾਗਨੀ ਉਰਕੰਤ ਬਸਾਇਓ। ਆਹ, ਵੱਡੇ ਭਾਗਾਂ ਵਾਲੇ ਪ੍ਰੇਮ ਦੀ ਮੂਰਤੀ ਧੰਨ ਮਾਤਾ ਜੀਤੋ ਜੀ, ਜਿਨ੍ਹਾਂ ਨੇ ਆਪਣੇ ਪਤੀ ਮਹਾਰਾਜ ਸ੍ਰੀ ਕਲਗੀਧਰ ਜੀ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਵਸਾਇਆ ਹੋਇਆ ਹੈ। ਭਾਵੇਂ ਉਹ ਕੰਮਕਾਰ ਕਰਦੇ ਹਨ ਘਰ ਦੇ ਵਿੱਚ, ਭਾਵੇਂ ਉਹ ਬਹਿ ਕੇ ਨਾਮ ਜਪਦੇ ਹਨ, ਭਾਵੇਂ ਸਿਮਰਨ ਬਾਣੀ ਪੜ੍ਹਦੇ ਹਨ ਜਾਂ ਸੰਗਤਾਂ ਵਿੱਚ ਸੇਵਾ ਕਰਦੇ ਹਨ, ਤਾਂ ਮਾਤਾ ਜੀ ਦਾ ਧਿਆਨ ਸ੍ਰੀ ਕਲਗੀਧਰ ਦੇ ਸਰੂਪ ਵਿੱਚ ਹੀ ਰਹਿੰਦਾ ਹੈ। ਉਹ ਬਿਰਤੀ ਨਹੀਂ ਭੰਗ ਹੁੰਦੀ। ਐਸਾ ਮਾਤਾ ਜੀ ਦਾ ਅਖੰਡ ਭਜਨ ਚੱਲਦਾ ਹੈ। ਇਸ ਬਾਸਰ ਜਿਤਵਤ ਸੁਮਤ ਅਤ ਪ੍ਰੇਮ ਵਧਾਇਓ।
ਦਿਨ ਰਾਤ ਪ੍ਰੇਮ ਗੁਰੂ ਕਲਗੀਧਰ ਪਾਤਸ਼ਾਹ ਨਾਲ ਵੱਧਦਾ ਹੀ ਜਾ ਰਿਹਾ ਹੈ। ਦਿਨ ਪ੍ਰਤ ਬਿਰਧਾ ਗਰਭ ਕੀ ਦੁੱਤ ਹੋਇਆ ਅਧਿਕਾਈ। ਦਿਨੋਂ ਦਿਨ ਸਾਧ ਸੰਗਤ ਜੀ ਬੱਚਾ ਪੇਟ ਵਿੱਚ ਵੱਧ ਰਿਹਾ ਹੈ। ਸਾਹਿਬਜ਼ਾਦਾ ਪ੍ਰਕਾਸ਼ ਕਰ ਰਿਹਾ ਹੈ। ਜਿਉਂ-ਜਿਉਂ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋ ਰਿਹਾ ਹੈ, ਮਾਤਾ ਜੀਤੋ ਜੀ ਦੇ ਚਿਹਰੇ ਦਾ ਨੂਰ ਵੀ ਉਦਾਂ ਹੀ ਖਿੜਦਾ ਜਾ ਰਿਹਾ, ਪ੍ਰਕਾਸ਼ਮਾਨ ਹੁੰਦਾ ਜਾ ਰਿਹਾ ਹੈ। ਮਾਨੋ ਦੂਜ ਤੇ ਚੰਦਰਮਾ ਪੁਰਵਤ ਸੁਖਦਾਈ। ਮਾਨੋ ਦੂਜ ਤੋਂ ਚੰਦਰਮਾ ਜਿਹੜਾ ਹੈ ਉਹ ਵੱਧਣਾ ਸ਼ੁਰੂ ਹੋ ਜਾਂਦਾ ਹੈ, ਪੂਰਨਮਾਸ਼ੀ ਤੱਕ ਵੱਧਦਾ ਹੀ ਜਾਂਦਾ ਹੈ। ਇਸ ਤਰ੍ਹਾਂ ਮਾਤਾ ਜੀ ਦੇ ਗਰਭ ਦਾ ਜਿੱਥੇ ਸਾਧ ਸੰਗਤ ਜੀ ਵਾਧਾ ਹੋ ਰਿਹਾ ਸਾਹਿਬਜ਼ਾਦਾ ਜੀ ਦਾ, ਉੱਥੇ ਮਾਤਾ ਜੀ ਦੇ ਚਿਹਰੇ ਦਾ ਨੂਰ ਵੀ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਮੰਦਰ ਮੈਂ ਮੁਦਤ ਚਿਤ ਥਿਰਤਾ ਕੋ ਧਾਰ ਹੈ। ਆ ਜਿਹੜੇ ਮੰਦਰ ਦੇ ਵਿੱਚ ਮਾਤਾ ਜੀ ਬਿਰਾਜਮਾਨ ਹੁੰਦੇ ਹਨ, ਟਿਕਦੇ ਹਨ, ਅਦਕਲ ਹੈ ਸੋਭਾ ਤਬਹਿ ਵੱਡ ਕਰ ਉਜਿਆਰੈ। ਉਸ ਮਕਾਨ ਦੇ ਵਿੱਚ ਬੜੀ ਸੋਭਾ ਹੈ, ਕਿਉਂਕਿ ਉਹਨਾਂ ਦਾ ਨੂਰ ਹੀ ਐਸਾ ਹੈ। ਉਹ ਘਰ ਵੀ ਬੜਾ ਸੋਹਣਾ ਲੱਗਦਾ ਹੈ। ਜਿਹੜੇ ਕਮਰੇ ਵਿੱਚ ਮਾਤਾ ਜੀ ਜਾਂਦੇ ਹਨ, ਜਿਹੜੇ ਰਸੋਈ ਵਿੱਚ ਜਾਂਦੇ ਹਨ, ਜਾਂ ਘਰ ਦੇ ਕਿਸੇ ਵਿਹੜੇ ਵਿੱਚ ਜਾਂਦੇ ਹਨ, ਤਾਂ ਉਹ ਸਾਰਾ ਵਿਹੜਾ ਐਦਾਂ ਨੂਰੋ ਨੂਰ ਹੋ ਜਾਂਦਾ। ਮਾਤਾ ਜੀਤੋ ਜੀ ਦਾ ਪ੍ਰਕਾਸ਼ ਹੀ ਇੰਨਾ ਹੈ। ਅੱਠੇ ਪੈਰ ਭਜਨ ਕਰਨ ਵਾਲੀ ਆਤਮਾ, ਨਾਮ ਦੀ ਰੰਗੀ ਹੋਈ ਰੂਹ, ਤੇ ਉਹਨਾਂ ਦੀ ਕੁੱਖ ਦੇ ਵਿੱਚ ਮਹਾਬਲੀ ਸੂਰਬੀਰ ਪ੍ਰਤਾਪੀ ਸਾਹਿਬਜ਼ਾਦਾ ਆਇਆ ਹੈ। ਇਸ ਕਰਕੇ ਨੂਰੋ ਨੂਰ ਹੋ ਗਿਆ ਹੈ। ਬੀਤ ਗਏ ਨਵ ਮਾਸ ਇਮ ਹਰਖਤ ਪਰਵਾਰਾ। ਏਦਾਂ ਪਰਿਵਾਰ ਖੁਸ਼ੀਆਂ ਦੇ ਵਿੱਚ ਮਹਾਰਾਜ ਦੀ ਕਿਰਪਾ, ਮਾਤਾ ਗੁਜਰੀ ਜੀ ਦੀ ਦੇਖ ਰੇਖ ਵਿੱਚ 9 ਮਹੀਨੇ ਬੀਤੇ ਹਨ। ਸਹਿਤ ਪੁੱਤਰ ਪ੍ਰਤੀਖਨਾ ਉਤਸਵ ਹੋਏ ਭਾਰਾ। ਤੇ ਉਡੀਕ ਹੈ ਪੁੱਤਰ ਦੀ, ਉਤਸ਼ਾਹ ਹੋਣਗੇ, ਬੜੀਆਂ ਖੁਸ਼ੀਆਂ ਹੋਣਗੀਆਂ। ਮਾਤਾ ਗੁਜਰੀ ਸਗਨ ਮਨਾ ਰਹੀ ਹੈ, ਉਸ ਸਮੇਂ ਨੂੰ ਉਡੀਕ ਰਹੀ ਹੈ। ਚੇਤ ਸੁਧੀ ਥਿਤ ਸਪਤਮੀ ਕੁਝ ਬਾਸੁਰਿਆ ਵਾ। ਸਾਧ ਸੰਗਤ ਜੀ, ਚੇਤਰ ਸੁਦੀ 7ਵੀਂ ਵਾਲਾ ਦਿਨ ਆਇਆ ਹੈ। ਚੇਤਰ ਸੁਦੀ 7ਵੀਂ ਤੇ ਮੰਗਲਵਾਰ ਦਾ ਦਿਨ ਸੀ। 1747 ਸੰਮਤ ਮੁਦਸ਼ਾਵਾ ਤੇ 1747 ਸੰਮਤ, ਇਹ ਬਿਕਰਮੀ ਸੰਮਤ ਸੀ ਸਾਧ ਸੰਗਤ ਜੀ। ਇਹ ਸੰਮਤ ਚੜਿਆ ਹੈ ਤੇ ਦੂਸਰਾ ਜਿਹੜਾ ਹੈ ਉਹ 1690 ਈਸਵੀ ਬਣਦਾ ਹੈ। ਭਰੇ ਲਗਨ ਗ੍ਰਹਿ ਊਚ ਕੱਛ ਜਨਮਿਓ ਸੁਖ ਪਾਏ। ਆ ਬੜੇ ਸੋਹਣੇ ਲਗਨਾਂ ਵਿੱਚ, ਬੜੇ ਸੋਹਣੇ ਸਮੇਂ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ ਹੈ। ਸੇ ਬੇਮਾਨ ਗਨ ਧਾਏ ਤੇ ਬਹੁ ਦੀਪ ਜਗਾਏ। ਆ ਬਹੁਤ ਸਾਰੀਆਂ ਦਾਈਆਂ ਮਾਤਾ ਜੀਤੋ ਜੀ ਦੀ ਸੇਵਾ 'ਚ ਹਾਜ਼ਰ ਰਹੀਆਂ ਹਨ ਔਰ ਦੀਵੇ ਘਿਓ ਦੇ ਬਾਲੇ ਗਏ ਹਨ। ਮੰਗਲਵਾਰ ਮੈਂ ਵੱਜ ਉਠੀ ਵਧਾਈ। ਮੰਗਲਵਾਰ ਦਾ ਦਿਨ ਸੀਗਾ ਤੇ ਚੇਤਰ ਸੁਦੀ 7ਵੀਂ ਸੀ ਤੇ ਸੰਮਤ 1747 ਬਿਕਰਮੀ ਸੀ ਤੇ 1690 ਈਸਵੀ ਨੂੰ ਗੁਰੂ ਘਰ 'ਚ ਵਧਾਈਆਂ ਦੇ ਸ਼ਦਿਆਨੇ ਵੱਜੇ ਹਨ। ਵਧਤ ਅਨਕ ਪ੍ਰਕਾਰ ਕੇ ਦਰ ਪਰ ਸਮੁਦਾਈ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਨੇ। ਬਾਜੇ ਬਾਦਤ ਅਨਕ ਪ੍ਰਕਾਰ ਕੇ, ਬੜੇ ਭਾਂਤ ਭਾਂਤ ਦੇ ਬਾਜੇ, ਰਣ ਸਿੰਘੇ, ਭੇਰੀਆਂ, ਸ਼ਹਿਨਾਈਆਂ, ਪਟੇ ਪਣਮ ਵਜਾ ਕੇ ਵਜੰਤਰੀਆਂ ਨੇ ਖੁਸ਼ੀ ਮਨਾਈ ਹੈ। ਸ੍ਰੀ ਗੁਜਰੀ ਬਹੁ ਭਾਂਤ ਕਰ ਉਤਸਵ ਕੋਠਾਨਾ। ਮਾਤਾ ਗੁਜਰੀ ਨੇ ਬੜਾ ਉਤਸਵ ਕੀਤਾ ਹੈ, ਬੜੀ ਖੁਸ਼ੀ ਮਨਾਈ ਹੈ। ਮੰਗਤ ਗਨ ਜਨ ਸੁਨਤ ਹੀ ਦੌਰੇ ਹਿਤ ਦਾਨਾ। ਤੇ ਮੰਗਤੇ ਲੋੜਵੰਦ ਜਿਨ੍ਹਾਂ ਨੂੰ ਪਤਾ ਸੀ ਗੁਰੂ ਘਰ ਤੋਂ ਦਾਨ ਬੜਾ ਮਿਲਦਾ ਹੈ, ਮਾਤਾ ਗੁਜਰੀ ਖੁੱਲੇ ਹੱਥੀ ਦਾਨ ਦਿੰਦੀ ਹੈ। ਕਲਗੀਧਰ ਪਾਤਸ਼ਾਹ ਝੋਲੀਆਂ ਭਰ ਦਿੰਦੇ ਨੇ। ਬੜੀਆਂ ਆਸਾਂ ਉਮੀਦਾਂ ਲੈ ਕੇ ਮੰਗਤੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਨੇ। ਭਈ ਭੀੜ ਵੱਡ ਪੌਰ ਪਰ ਧਨ ਭਾਏ ਉਦਾਰਾ। ਬੜੀ ਭੀੜ ਗੁਰੂ ਘਰ ਦੇ ਦਰਵਾਜ਼ੇ ਤੇ ਹੋਈ ਹੈ, ਧਨ ਦੀ ਵਰਖਾ ਹੀ ਹੋ ਗਈ ਹੈ। ਚਿਰੰਜੀਵ ਗੁਰਪੁੱਤਰ ਹੋਏ ਸਭ ਬਾਕ ਉਚਾਰਾ। ਗੁਰੂ ਦਾ ਪੁੱਤਰ ਵੱਡੀਆਂ ਉਮਰਾਂ ਵਾਲਾ ਹੋਵੇ, ਸਾਰਿਆਂ ਨੇ ਅਸੀਸਾਂ ਦਿੱਤੀਆਂ ਹਨ। ਕਲਗੀਧਰ ਕੇ ਨਿਕਟ ਭਾਵੈ ਮਨ ਭਾਇਓ। ਇਧਰ ਕਲਗੀਧਰ ਪਾਤਸ਼ਾਹ ਮਨ ਭਾਉਂਦਾ ਦਾਨ ਗਰੀਬਾਂ, ਲੋੜਵੰਦਾਂ, ਮੰਗਤਿਆਂ ਨੂੰ, ਢਾਡੀਆਂ ਨੂੰ, ਰਾਗੀਆਂ ਨੂੰ, ਕਵੀਆਂ ਨੂੰ, ਗੁਣੀਆਂ ਨੂੰ ਦੇ ਰਹੇ ਹਨ। ਸਿੱਖ ਕੀਰਤ ਕੀ ਸਹਿਤ ਸਭ ਕਹਿਤ ਸੁਣਾਇਓ। ਸਾਰੇ ਮਹਾਰਾਜ ਦਾ ਜਸ ਵੀ ਕਰਦੇ ਨੇ ਤੇ ਸਾਹਿਬਜ਼ਾਦਾ ਵੱਡੀਆਂ ਉਮਰਾਂ ਵਾਲਾ ਹੋਵੇ, ਪ੍ਰਤਾਪੀ ਹੋਵੇ,
ਸੂਰਬੀਰ ਬਹਾਦਰ ਯੋਧਾ ਹੋਵੇ, ਸਭ ਅਸੀਸਾਂ ਦਿੰਦੇ ਜਾ ਰਹੇ ਨੇ। ਇੱਕ ਗੁਜਰੀ ਕੇ ਜਾਏ ਢਿੱਗ ਬਹੁ ਦੇਤ ਵਧਾਈ। ਇੱਕ ਮਾਤਾ ਗੁਜਰੀ ਕੋਲ ਜਾ ਕੇ ਵਧਾਈਆਂ ਦਿੰਦੇ, ਮਾਤਾ ਜੀ ਵਧਾਈ ਤੁਹਾਨੂੰ ਪੋਤਰੇ ਦੀ ਦਾਤ ਮਿਲੀ ਹੈ, ਸਾਡੇ ਗਰੀਬਾਂ ਦੀ ਝੋਲੀ ਭਰੋ। ਹਰਤ ਦੂਰ ਬਾ ਅਰਪ ਕਰ ਪ੍ਰਾਪਤ ਮਨ ਭਾਈ। ਗਰੀਬ ਲੋਕ ਹਰੇ ਰੰਗ ਦਾ ਦੂਬੜਾ ਘਾਹ ਲੈ ਕੇ ਨਾ ਉਹ ਦਿੰਦੇ, ਉਹਦਾ ਮਤਲਬ ਹੁੰਦਾ ਵੀ ਤੁਹਾਡਾ ਘਰ ਹਰਾ ਭਰਾ ਰਵੇ। ਇਹ ਜਿਹੜਾ ਘਾਹ ਹੈ ਨਾ ਸਾਧ ਸੰਗਤ ਜੀ, ਇਹਨੂੰ ਭੂ ਸੁੱਤ ਕਹਿੰਦੇ ਨੇ, ਧਰਤੀ ਦਾ ਪੁੱਤਰ। ਵੈਸੇ ਤਾਂ ਆਪਾਂ ਸਾਰੇ ਹੀ ਧਰਤੀ ਦੇ ਪੁੱਤਰ ਹਾਂ, ਧਰਤੀ ਮਾਂ ਹੈ, ਪਰ ਜਦੋਂ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਮਹਾਰਾਜ ਪਰਮੇਸ਼ਰ ਰਚਨਾ ਕਰਦਾ ਤਾਂ ਜਦੋਂ ਮੀਂਹ ਦੀਆਂ ਕਣੀਆਂ ਧਰਤੀ ਤੇ ਪੈਂਦੀਆਂ ਸਭ ਤੋਂ ਪਹਿਲਾਂ ਘਾਹ ਪੈਦਾ ਹੁੰਦਾ, ਉਸ ਤੋਂ ਬਾਅਦ ਫਿਰ ਜੀਵ ਜੰਤੂ ਪੈਦਾ ਹੁੰਦੇ ਆ। ਇਹ ਸ੍ਰਿਸ਼ਟੀ ਦਾ ਪਹਿਲਾ ਕਰਮ ਹੈ, ਇਸ ਕਰਕੇ ਘਾਹ ਦਾ ਤਿਣਕਾ ਤੋੜ ਕੇ ਦਿੰਦੇ ਸੀ, ਵਧਾਈ ਹੋਵੇ ਜੀ ਤੁਹਾਡੇ ਘਰ ਪੁੱਤਰ ਹੋਇਆ, ਇਵੇਂ ਤੁਹਾਡੀ ਵੇਲ ਵਧੇ, ਹਰੇ ਭਰੇ ਰਹੋ। ਇਹ ਸੰਕੇਤ ਹੁੰਦਾ ਸੀ। ਹਾਂਜੀ। ਫੂਲਨ ਮਾਲ ਵਿਸਾਲ ਕੋ ਅਰ ਬੰਧਨ ਵਾਲਾ। ਔਰ ਫੁੱਲਾਂ ਦੀਆਂ ਮਾਲਾ ਘਰਾਂ ਦੇ ਅੱਗੇ ਦਰਵਾਜ਼ਿਆਂ ਦੇ ਉੱਤੇ ਬੰਨੀਆਂ ਗਈਆਂ ਨੇ ਲਿਆ ਲਿਆ ਕੇ। ਸਭ ਦਰ ਪਰ ਬੰਧਨ ਕਰੀ ਦਲ ਹਰਤ ਵਿਸਾਲਾ। ਹਰੇ ਪੱਤੇ, ਫੁੱਲਾਂ ਦੇ ਹਾਰ, ਫੁੱਲਾਂ ਦੀਆਂ ਮਾਲਾ, ਲੜੀਆਂ ਪਰੋ ਪਰੋ ਕੇ ਦਰਵਾਜ਼ਿਆਂ ਤੇ ਲਾਈਆਂ ਨੇ ਲੋਕਾਂ ਨੇ ਲਿਆ ਲਿਆ ਕੇ। ਮੁਕਤਾ ਲਰੀਨ ਪੋਏ ਘਰ ਵਿੱਚ ਕੰਚਨ ਸੂਤਾ। ਕਹਿੰਦੇ ਸੋਨੇ ਦੇ ਸੂਤ ਵਿੱਚ ਮੋਤੀ ਪਰੋ ਕੇ, ਬੜੇ ਕੀਮਤੀ ਮੋਤੀਆਂ ਦੀਆਂ ਲੜੀਆਂ, ਉਹ ਵੀ ਗੁਰੂ ਘਰ ਦੇ ਦਰਵਾਜ਼ੇ ਤੇ ਲਾਈਆਂ ਨੇ। ਬੰਦੀ ਦਵਾਰ ਹੈ ਚਾਰ ਬਾਰ ਯਹ ਜਨਮ ਸਪੂਤਾ। ਸੋਹਣੇ ਸੁੰਦਰ ਦਰਵਾਜ਼ਿਆਂ ਤੇ ਜਿੱਥੇ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਏਦਾਂ ਮੋਤੀਆਂ ਦੇ ਹਾਰ, ਮੋਤੀਆਂ ਦੀਆਂ ਲੜੀਆਂ ਪਰੋ ਪਰੋ ਕੇ ਲਾਈਆਂ ਹੋਈਆਂ ਨੇ। ਸੋਢ ਬੰਸ ਕੀ ਰੀਤ ਸਭ ਕਹਿ ਕਰ ਕਰਵਾਈ। ਸੋਢ ਬੰਸ ਦੀ ਜਿਹੜੀ ਰੀਤ ਹੈ ਉਹ ਕਰਵਾਈ ਗਈ ਹੈ। ਪੁੱਤਰ ਜਨਮ ਤੇ ਮੋਦ ਮਨ ਗੁਜਰੀ ਸੁਖ ਪਾਈ। ਕਹਿੰਦੇ ਪੋਤਰੇ ਦੇ ਜਨਮ ਤੋਂ ਮਾਤਾ ਗੁਜਰੀ ਜੀ ਬੜੇ ਪ੍ਰਸੰਨ ਹੋਏ ਹਨ। ਦੂਸਰ ਜੰਗ ਨਦੌਨ ਕੋ ਜੈ ਲੈ ਕਰ ਆਏ। ਪਹਿਲਾ ਜੰਗ ਭੰਗਾਣੀ ਦਾ ਜਿੱਤਿਆ ਸੀ ਤੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਸੀ। ਹੁਣ ਦੂਜਾ ਜੰਗ ਜਿੱਤ ਕੇ ਨਦੌਣ ਦਾ ਆਏ ਹਨ। ਜਨਮ ਪੁੱਤਰ ਭਾ ਦੂਸਰੇ ਬਹੁ ਬਜੇ ਵਧਾਏ। ਦੂਸਰੇ ਪੁੱਤਰ ਦਾ ਜਨਮ ਹੋਇਆ, ਇਹ ਜੰਗ ਜਿੱਤ ਕੇ ਆਏ ਨੇ, ਵਧਾਈਆਂ ਹੋਈਆਂ ਨੇ। ਹਿਰਦੈ ਵਿਚਾਰਿਓ ਸਤਿਗੁਰੂ ਧਰਬੇ ਹਿਤ ਨਾਮੂ। ਦੂਜੇ ਪੁੱਤਰ ਦਾ ਨਾਂ ਧਰਨ ਲਈ ਸਤਿਗੁਰਾਂ ਨੇ ਵਿਚਾਰ ਕੀਤੀ ਹੈ। ਜੋਰਾਵਰ ਸਿੰਘ ਤਬ ਕਹਿਓ ਬਿਦਤਿਓ ਸੁਖ ਧਾਮੂ। ਇਹ ਸਾਧ ਸੰਗਤ ਜੀ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਵੀ ਦੂਸਰੇ ਸਾਹਿਬਜ਼ਾਦੇ ਦਾ ਨਾਮ ਜੋਰਾਵਰ ਸਿੰਘ ਆਮ ਪ੍ਰਚਲਿਤ ਹੈ ਜੁਝਾਰ ਸਿੰਘ। ਕੁਝ ਗੱਲਾਂ ਜਿਹੜੀਆਂ ਇਤਿਹਾਸ ਵਿੱਚ ਕਵੀ ਸੈਨਾਪਤੀ ਜੀ ਨੇ ਵੀ ਉਹ ਵੀ ਨਾਮ ਜਿਹੜੇ ਹਨ ਥੋੜ੍ਹਾ ਭੁਲੇਖੇ ਨਾਲ ਲਿਖ ਦਿੱਤੇ ਹਨ, ਜਾਂ ਸਾਨੂੰ ਵੀ ਅਜੇ ਪੂਰਾ ਨਿਸ਼ਚਾ ਕਰਕੇ ਕਹਿਣਾ ਵੀ ਕਿਹੜੇ ਸਾਹਿਬਜ਼ਾਦੇ ਦਾ ਨਾਂ ਕੀ ਸੀ। ਪਰ ਜਿਹੜਾ ਪ੍ਰਚਲਿਤ ਹੋ ਗਿਆ ਖਾਲਸੇ ਵਿੱਚ ਜ਼ਿਆਦਾਤਰ ਗ੍ਰੰਥਾਂ ਵਿੱਚ ਵੱਡੇ ਜੀਤ ਸਿੰਘ ਜੀ, ਦੂਜੇ ਜੁਝਾਰ ਸਿੰਘ ਜੀ, ਤੀਜੇ ਜੋਰਾਵਰ ਸਿੰਘ ਜੀ, ਚੌਥੇ ਬਾਬਾ ਫਤਿਹ ਸਿੰਘ ਜੀ ਸਨ। ਸੋ ਹੁਣ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ, ਫਿਰ ਜੋਰਾਵਰ ਸਿੰਘ ਦਾ ਜਨਮ ਹੋਏਗਾ, ਫਿਰ ਬਾਬਾ ਫਤਿਹ ਸਿੰਘ ਜੀ ਦਾ। ਇਸ ਤਰ੍ਹਾਂ ਇਹ ਕਰਮਵਾਰ ਸਾਹਿਬਜ਼ਾਦੇ ਚਾਰੇ ਪ੍ਰਗਟ ਹੋਏ ਜਿਹੜੇ ਅਕਾਲ ਪੁਰਖ ਦੀਆਂ ਗੰਮੀ ਸ਼ਕਤੀਆਂ ਲੈ ਕੇ ਆਏ ਔਰ ਸੰਸਾਰ ਦਾ ਉਧਾਰ ਕੀਤਾ। ਧਰਮ ਦੇ ਇਸ ਜਗ ਵੇਦੀ ਉੱਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਦੇਸ਼ ਕੌਮ ਦੀ ਰਾਖੀ ਕੀਤੀ। ਸੋ ਕਿਸੇ ਪ੍ਰਕਾਰ ਦੇ ਸ਼ੰਕੇ 'ਚ ਪੈਣ ਦੀ ਲੋੜ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦੇ ਪੂਜਨੀਕ ਔਰ ਮਹਾਨ ਹਨ।